समाना। एह बाणी जो जियों जाने, तिस अंतर रवे हर नाम। बाणी गुरु गुरु है बाणी, विच बाणी अमृत सारे। गुरबाणी कहे सेवक जन मानै, परतख गुरु निस्तारे। बाणी बिरलो विचारसी, जे को गुरमुख होए। एह बाणी महापुरख की, निज कर वासा होए। गौड़ी महला पहला, काम क्रोध माया में जीत। झूठ विकार जग हित चीत। पूंजी पाप लोभ की कीत। तारे तारी मन नाम सोचित। वह वह साचे मैं तेरी टेक। हाँ पापी तू निर्मल एक। रहाओ अगन पानी, बोल पड़वाओ। जेहवा इंदरी एक सुवाओ। दिष्ट विकारी नाही पाओ। आप मारे ता पाए नाम। शब्द मरे फिर मरण न होए। बिन मुए
प्रपंच व्याप रहया मन दोए। तेरे नारायण करे सोए। बोहित चढ़ों जहाँ आवे वार। ठाके बोहित दरगाह मार। सच सलाही तन गुरद्वार। नानक दर कर एकंकार। सच सलाही तन गुरद्वार। नानक दर कर एकंकार। वाहिगुरु जी का खालसा, वाहिगुरु जी की फतेह। ये पावन शब्द गौड़ी राग अंदर पहले पातशाह गुरु नानक देव महाराज जी के पवित्र मुख तो उच्चारण होया। 153 अंग ते दर्ज है। इस शब्द की विचार भाई रघबीर सिंह जी ग्रंथी गुरुद्वारा बंगला साहब आप जी नूं सरवण करवाउणगे। अमृत संचार हर ऐतवार 11 बजे हुंदा है। छेवें पातशाह मेरी पीरी दे मालक सतगुरु गुरु हरगोबिंद साहब महाराज जी का प्रकाश गुरपुरब 5 तरीक नूं है। विशेष तौर पर गुरुद्वारा साहब मजनूका टिला विखे हर साल की तरह बहुत चाह उमा शरदा सत्कार दे नाल मनाया जाएगा। जिथे आप जी ने इस स्थान ते हाजरियां भरनियां ने उत्थे मुख मंडल दे विच भी जरूर हाजरियां भरो। गुरु घर की सेवा दे विच गुरु के लंगरां वास्ते रसद, कड़ा प्रसाद की देग वास्ते देसी घ्यो, बाला साहब हॉस्पिटल वास्ते कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। अपने घरां दे विच पंजाबी बोलिया करो, बच्चों नूं गुरमुखी पढ़ाओ ताकि साडे बच्चे गुरु ग्रंथ साहब महाराज जी दे चरनी लग सकन। 1984 दे विच श्री हरमंदर साहब विखे जो ब्लू स्टार ऑपरेशन होया, जो शहीद होए सिंह सिंघणियां अते बच्चों की याद हर साल की तरह इस स्थान ते मनाई जाएगी। अज 11 बजे श्री अखंड पाठ साहब जी की आरंभता होएगी। 4 तरीक नूं सवेरे 10 बजे भोग पैणगे, उपरंत कीर्तन होएगा।
ਸ਼ਹੀਦਾਂ ਦੇ ਪ੍ਰਤੀ ਸ਼ਰਧਾ ਸਤਿਕਾਰ ਭੇਟਾ ਕਰਨ ਲਈ ਸੰਗਤੀ ਅਰਦਾਸ ਹੋਵੇਗੀ। 4 ਤਰੀਕ ਨੂੰ ਸ਼੍ਰੋਮਣੀ ਭਗਤ ਕਬੀਰ ਜੀ ਦਾ ਪਵਿੱਤਰ ਜਨਮ ਦਿਹਾੜਾ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਇਸ ਸਥਾਨ ਤੇ ਮਨਾਇਆ ਜਾਵੇਗਾ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰਈ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰਈ ਵਖਿਆਨ। ਧੰਨ ਧੰਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਖਸ਼ਿਸ਼ ਭਰੇ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਆਪ ਜੀ ਸਰਵਣ ਕਰਦੇ ਆ ਰਹੇ ਹੋ। ਚੱਲ ਰਹੀ ਲੜੀ ਅਨੁਸਾਰ ਗੌੜੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਹੋਏ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 153 ਅੰਗ ਉੱਪਰ ਸ਼ੋਭਨੀਕ ਤਿਨਾਂ ਦਾ ਪਾਠ ਆਪ ਜੀ ਨੇ ਬੜੇ ਹੀ ਪਿਆਰ ਨਾਲ ਸਤਿਕਾਰਯੋਗ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਇਸ ਪਾਵਨ ਅਸਥਾਨ ਦੇ ਹੈੱਡ ਗ੍ਰੰਥੀ ਸਾਹਿਬਾਨ ਤਿਨਾਂ ਨੇ ਸਰਵਣ ਕਰਵਾਇਆ ਹੈ। ਆਓ ਪਾਵਨ ਸ਼ਬਦ ਦੀ ਵਿਚਾਰ ਪ੍ਰਾਰੰਭ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਨਚੀਜ ਦਾਸਰੇ ਨੂੰ ਅਸੀਸ ਬਖਸ਼ਿਸ਼ ਕਰਦਿਆਂ ਗੁਰਫਤਿਹ ਪ੍ਰਵਾਨ ਕਰੋ। ਪਿਆਰ ਵਿੱਚ ਭਿੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੀ ਆਰੰਭਤਾ ਕੀਤੀ। ਕਾਮ ਕ੍ਰੋਧ ਮਾਇਆ ਮਹਿ ਚੀਤ। ਸਮਾਜ ਦੇ ਅੰਦਰ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਬੜੀ ਵਾਰ ਸਤਿਗੁਰੂ ਨੇ ਸਾਨੂੰ ਸ਼ਬਦ ਰਾਹੀਂ ਬਾਣੀ ਰਾਹੀਂ ਸਮਝਾਉਣ ਦਾ ਯਤਨ ਕੀਤਾ
ਔਰ ਅਕਸਰ ਇਹ ਸ਼ਬਦ ਅਸੀਂ ਗੁਰੂ ਘਰਾਂ ਵਿੱਚੋਂ ਰਾਗੀ ਸਾਹਿਬਾਨ ਪਾਸੋਂ ਜਾਂ ਕਥਾ ਦੇ ਵਿੱਚੋਂ ਪੜ੍ਹਦੇ ਸੁਣਦੇ ਹਾਂ, ਯਾਦ ਵੀ ਹੋ ਜਾਂਦੇ ਨੇ ਕਿ ਜਿੰਨੀ ਪ੍ਰੀਤ, ਜਿੰਨਾ ਚਿੱਤ ਸਾਡਾ ਸਮਾਜ ਦੇ ਨਾਲ, ਸੰਸਾਰ ਦੇ ਨਾਲ, ਦੁਨੀਆ ਦੇ ਨਾਲ ਜੁੜਿਆ ਹੈ ਜਾਂ ਹੋਰ ਰਿਸ਼ਤੇ ਨਾਤਿਆਂ ਦੇ ਨਾਲ ਜੁੜਿਆ ਹੈ, ਦੁਨੀਆ ਦੇ ਪਦਾਰਥਾਂ ਨਾਲ ਜੁੜਿਆ ਹੈ, ਮਹਾਰਾਜ ਕਹਿੰਦੇ ਵੀ ਓਨਾ ਚਿੱਤ ਜਾਂ ਓਨੀ ਪ੍ਰੀਤ ਜਾਂ ਓਨਾ ਸਨੇਹ ਤੇਰਾ ਪਰਮਾਤਮਾ ਨਾਲ, ਗੁਰੂ ਦਰਬਾਰ ਨਾਲ ਜਾਂ ਸੰਗਤ ਨਾਲ ਨਹੀਂ ਹੈ। ਇੱਥੇ ਘੜੀ ਦੋ ਘੜੀ ਵੀ ਆਉਣਾ ਹੋਵੇ, ਉਹਦੇ ਵਿੱਚ ਵੀ ਮਨੁੱਖ ਦਾ ਆਪਣਾ ਸਵਾਰਥ ਹੈ, ਉਹਦੇ ਵਿੱਚ ਵੀ ਬੰਦੇ ਦੀ ਆਪਣੀ ਆਸਾ ਹੈ, ਇੱਛਾ ਨੇ। ਪਰ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਮਹਾਰਾਜ ਨੇ ਕਿਹਾ ਵੀ ਜਿਨ੍ਹਾਂ ਦਾ ਚਿੱਤ ਦੁਨੀਆ ਨਾਲ ਜੁੜਿਆ ਹੈ, ਦੁਨੀਆ ਦੇ ਪਦਾਰਥਾਂ ਨਾਲ ਜੁੜਿਆ ਹੈ, ਬਹੁਤਾਤ ਲੋਕ ਨੇ, ਤਕਰੀਬਨ ਜ਼ਿਆਦੀ ਗਿਣਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾਤੇ ਨੇ ਵੀ ਕਿਰਪਾ ਕੀਤੀ ਵੀ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ, ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੈ ਜਿਹਦਾ ਚਿੱਤ ਪਰਮਾਤਮਾ ਦੇ ਨਾਲ ਹੈ, ਨਹੀਂ ਤੇ ਸੰਸਾਰ ਦੇ ਨਾਲ, ਕਾਮ ਕ੍ਰੋਧ ਮਾਇਆ ਮਹਿਚੀਤ, ਕਾਮ ਦੇ ਨਾਲ, ਕ੍ਰੋਧ ਦੇ ਨਾਲ, ਮਾਇਆ ਦੇ ਨਾਲ, ਪਦਾਰਥਾਂ ਦੇ ਨਾਲ ਚਿੱਤ ਜੁੜਿਆ ਹੋਇਆ ਹੈ। ਸਤਿਗੁਰੂ ਕਹਿੰਦੇ ਕਦੇ ਇਹਦੇ ਅੰਦਰ ਕਾਮ ਪ੍ਰਬਲ ਹੈ, ਕਦੀ ਇਹਦੇ ਅੰਦਰ ਕ੍ਰੋਧ ਪ੍ਰਬਲ ਹੈ, ਕਦੀ ਲੋਭ ਹੈ, ਕਦੀ ਅਹੰਕਾਰ ਹੈ, ਕਦੀ ਕਿਸੇ ਤਰ੍ਹਾਂ ਦਾ ਹਰ ਪ੍ਰਕਾਰ। ਭਗਤ ਕਬੀਰ ਸਾਹਿਬ ਜੀ ਨੇ ਜਦੋਂ ਇਹ ਸ਼ਬਦ ਉਚਾਰਨ ਕੀਤਾ, ਕਿਉ ਲੀਜੈ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, 5 25 ਮੋਹ ਮਦ ਮਤਸਰ ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਹਾਂ ਕਰੂ ਰਘੂ ਰਾਇਆ। ਭਗਤ ਕਬੀਰ ਸਾਹਿਬ ਕਹਿੰਦੇ ਵੀ ਇੱਥੇ 25 ਤੱਤ ਨੇ, 5 ਵਿਕਾਰ ਨੇ, ਕਿੰਨਾ ਕੁਝ ਸਮਾਜ ਦੇ ਅੰਦਰ ਹੈ, ਤੇ ਰੱਬ ਦੀ ਪ੍ਰੀਤ, ਪਰਮਾਤਮਾ ਦਾ ਚੇਤਾ ਕਿਵੇਂ ਆਵੇ? ਕਿਉਂਕਿ ਥੋੜ੍ਹਾ ਜਿਹਾ ਉਦਮ ਮਨੁੱਖ ਨੂੰ ਆਪ ਵੀ ਕਰਨਾ ਪੈਣਾ ਹੈ, ਬੰਦੇ ਨੂੰ ਆਪ ਵੀ। ਤਾਂ ਹੀ ਤੇ ਬਾਣੀ ਨੇ ਕਿਹਾ ਨਾ ਵੀ ਉਦਮ ਕਰੇਂਦਿਆਂ ਜੀਓ ਤੂੰ। ਉਦਮ ਤੇ ਜ਼ਰੂਰੀ ਹੈ, ਮੁਸ਼ੱਕਤ ਮਿਹਨਤ ਤੇ ਲਾਜ਼ਮੀ ਹੈ। ਇਹ ਨਹੀਂ ਵੀ ਕੋਈ ਬੰਦਾ ਕਵੇ ਵੀ ਮੈਂ ਕਰਾਂ ਵੀ ਕੁਝ ਨਾ ਪਾਠ, ਨਾ ਨਿਤਨੇਮ, ਨਾ ਸੇਵਾ, ਨਾ ਸਿਮਰਨ, ਕੁਝ ਵੀ ਨਾ, ਤੇ ਪਰਮਾਤਮਾ ਇੱਦਾਂ ਹੀ ਆ ਕੇ ਹਿਰਦੇ ਵਿੱਚ ਵਸ ਜਾਏ। ਇਹਦੇ ਵਾਸਤੇ ਕਾਮ ਨੂੰ ਅਗਰ ਆਪਣੇ ਕਾਬੂ ਵਿੱਚ ਕਰਨਾ ਹੈ, ਕ੍ਰੋਧ ਨੂੰ ਕਾਬੂ ਵਿੱਚ ਕਰਨਾ ਹੈ, ਲੋਭ ਨੂੰ ਕਰਨਾ ਹੈ, ਵਿਕਾਰਾਂ ਤੇ ਜਿੱਤ ਪ੍ਰਾਪਤ ਕਰਨੀ ਹੈ, ਤੇ ਸਤਿਗੁਰੂ ਕਹਿੰਦੇ ਵੀ ਉਹਦੇ ਵਾਸਤੇ ਜੋ ਤੈਨੂੰ ਸ਼ਬਦ ਵਿੱਚ ਸਮਝਾਇਆ, ਗੁਰੂ ਨੇ ਦੱਸਿਆ, ਜਿਹੜੇ ਮਾਰਗ ਤੇ ਤੋਰਿਆ ਉਹ ਕਰਨਾ ਤੇ ਪਏਗਾ। ਜੋ ਮਾਲਕ ਨੇ ਸਮਝਾਇਆ ਉਹਨੂੰ, ਸਿੱਖਿਆ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਤੇ ਪਵੇਗਾ, ਤਾਂ ਹੀ ਤੇ ਤੇਰੇ ਹਿਰਦੇ ਦੇ ਅੰਦਰ ਨਾਮ ਵਸੇਗਾ ਤੇ ਇਹ ਵਿਕਾਰਾਂ ਤੇ ਜਿੱਤ ਪ੍ਰਾਪਤ ਹੋਏਗੀ। ਜਿਹੜਾ ਚੀਤ ਇਸ ਸੰਸਾਰ ਦੇ ਨਾਲ, ਦੁਨੀਆ ਦੇ ਨਾਲ, ਕਾਮ ਦੇ ਨਾਲ, ਕ੍ਰੋਧ ਦੇ ਨਾਲ ਜਾਂ ਮਾਇਆ ਦੇ ਨਾਲ ਜੁੜਿਆ, ਸਤਿਗੁਰੂ ਕਹਿੰਦੇ ਉਹ ਚਿੱਤ ਪਰਮਾਤਮਾ ਵਾਲੇ ਪਾਸੇ ਲੈ ਕੇ ਜਾਣਾ ਹੈ। ਉਸ ਚਿੱਤ ਨੂੰ, ਉਸ ਮਨ ਨੂੰ, ਉਸ ਹਿਰਦੇ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਾਲੇ ਪਾਸੇ ਲੈ ਕੇ ਜਾਣਾ ਹੈ। ਫਿਰ ਸਤਿਗੁਰੂ ਕਹਿੰਦੇ ਤੇਰਾ ਇਹ ਸੰਸਾਰ ਦੇ ਅੰਦਰ ਮਨੁੱਖਾ ਜਨਮ ਜਾਂ ਇਹ ਸਰੀਰ ਧਾਰਨ ਕਰਨ ਦਾ ਲਾਹਾ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਇਹਦਾ ਚਿੱਤ ਕਾਮ ਦੇ ਨਾਲ, ਕ੍ਰੋਧ ਨਾਲ ਜੁੜਿਆ ਹੈ, ਮਾਇਆ ਨਾਲ ਜੁੜਿਆ ਹੈ। ਵੈਸੇ ਭਗਤ ਕਬੀਰ ਸਾਹਿਬ ਨੇ ਕਿਰਪਾ ਕੀਤੀ, ਕੇਵਲ ਬੰਦੇ ਦਾ ਹੀ ਨਹੀਂ, ਸਤਿਗੁਰੂ ਨੇ ਕਿਰਪਾ ਕੀਤੀ। ਕਹਿੰਦੇ ਵੀ ਜਲ ਮਹਿ ਮੀਨ ਮਾਇਆ ਕੇ ਬੇਧੇ। ਭਗਤ ਕਬੀਰ ਸਾਹਿਬ ਕਹਿੰਦੇ ਵੀ ਮੱਛੀਆਂ ਪਾਣੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੀ ਹੈ, ਸਾਹਿਬ ਕਹਿੰਦੇ ਉਹ ਵੀ ਮਾਇਆ ਵਿੱਚ ਵੇੜੀ ਹੋਈ ਹੈ। ਜਲ ਮਹਿ ਮੀਨ ਮਾਇਆ ਕੇ ਬੇਧੇ, ਦੀਪਕ ਪਤੰਗ ਮਾਇਆ ਕੇ ਛੇਦੇ, ਕਾਮ ਮਾਇਆ ਕੁੰਚਰ ਕੋ ਵਿਆਪੇ, ਭਿਅੰਗਮ ਭ੍ਰਿੰਗ ਮਾਇਆ ਮੈਂ ਖਾਪੇ, ਮਾਇਆ ਐਸੀ ਮੋਹਨੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਸਾਹਿਬ ਕਹਿੰਦੇ ਮਾਇਆ ਐਸੀ ਮੋਹਨੀ ਹੈ, ਜੇਤੇ ਜੀ, ਜਿੰਨਾ ਵੀ ਜੀਵ ਪਸਾਰਾ ਅਸੀਂ ਸੰਸਾਰ ਵਿੱਚ ਵੇਖਦੇ ਹਾਂ, ਜਿੰਨਾ ਵੀ, ਭਾਵੇਂ ਉਹ ਮੱਛੀਆਂ ਹੋਣ, ਭਾਵੇਂ ਉਹ ਭਿਅੰਗਮ ਹੋਣ, ਸੱਪ ਹੋਣ, ਭ੍ਰਿੰਗ ਹੋਣ, ਹਾਥੀ ਦੀ ਗੱਲ ਕੀਤੀ ਹੈ। ਫਿਰ ਇਸੇ ਸ਼ਬਦ ਵਿੱਚ 6 ਜਤੀਆਂ ਦੀ ਗੱਲ ਕੀਤੀ ਹੈ, ਸੂਰਜ ਦੀ ਗੱਲ ਕੀਤੀ ਹੈ, ਚੰਦਰਮਾ ਦੀ ਗੱਲ ਕੀਤੀ ਹੈ। ਕਿੰਨਾ ਲੰਬੇਰਾ ਸ਼ਬਦ ਉਚਾਰਨ ਕਰਨ ਤੋਂ ਬਾਅਦ ਅੰਤ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਕਹਿ ਕਬੀਰ ਜਿਸ ਉਦਰ ਤਿਸ ਮਾਇਆ। ਕਹਿੰਦੇ ਮੁੱਕਦੀ ਗੱਲ ਹੈ ਵੀ ਜਿਹਨੂੰ ਉਦਰ ਹੈ, ਜਿਹਨੂੰ ਢਿੱਡ ਲੱਗਾ ਹੈ, ਉਹ ਮਾਇਆ ਦੇ ਵਿੱਚ ਹੀ ਵਿਹੜੇ ਹੈ।
ਭਾਵੇਂ ਉਹ ਜਲ ਵਿੱਚ ਰਹਿਣ ਵਾਲੇ ਜੀਵ ਹੋਣ, ਭਾਵੇਂ ਉਹ ਮਿੱਟੀ ਵਿੱਚ ਰਹਿਣ ਵਾਲੇ ਹੋਣ, ਭਾਵੇਂ ਹਵਾ ਵਿੱਚ ਉੱਡਣ ਵਾਲੇ ਹੋਣ, ਭਾਵੇਂ ਕੋਈ ਵੱਡੇ ਵੱਡੇ ਜਤੀ ਹੋਣ, ਭਾਵੇਂ ਕੋਈ ਪੀਰ ਪੈਗੰਬਰ ਕੋਈ ਹੈ। ਕਹਿੰਦੇ ਵੀ ਬਹੁਤ ਜ਼ਿਆਦਾ ਸਮਾਜ ਦੇ ਅੰਦਰ ਸੰਸਾਰ ਵਿੱਚ ਮਾਇਆ 'ਚ ਵਿਹੜੇ ਹੋਏ ਨੇ। ਫਿਰ ਇਹਦੇ 'ਚੋਂ ਬਾਹਰ ਕਿਵੇਂ ਆਇਆ ਜਾਏ, ਛੁੱਟਿਆ ਕਿਵੇਂ ਜਾਏ? ਫਿਰ ਉਹਦੇ ਵਿੱਚ ਵੀ ਭਗਤ ਕਬੀਰ ਸਾਹਿਬ ਕਹਿੰਦੇ ਤਬ ਛੁੱਟੈ ਜਬ ਸਾਧੂ ਪਾਇਆ। ਛੁੱਟਿਆ ਤਾਂ ਜਾਏਗਾ ਜਦੋਂ ਗੁਰੂ ਦੀ ਪ੍ਰਾਪਤੀ ਹੋ ਗਈ। ਇਹਨਾਂ ਤੋਂ ਬਾਹਰ ਤਾਂ ਆਇਆ ਜਾਏਗਾ, ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਅਹੰਕਾਰ ਤੋਂ, ਮੋਹ ਤੋਂ ਪਾਸੇ ਤਾਂ ਹੋਇਆ ਜਾਏਗਾ। ਆਪਣੇ ਅਧੀਨ ਇਹ ਤਾਂ ਕਰ ਸਕਾਂਗੇ ਜਦੋਂ ਗੁਰੂ ਦੀ ਪ੍ਰਾਪਤੀ ਹੋ ਗਈ, ਗੁਰੂ ਮਿਲ ਪਿਆ। ਗੁਰੂ ਸਾਡੇ ਜੀਵਨ ਵਿੱਚ ਕਰਦਾ ਕੀ ਹੈ? ਸਾਨੂੰ ਇਹ ਸੰਸਾਰ ਇਹਨਾਂ ਵਿਕਾਰਾਂ ਤੋਂ ਹੀ ਤੇ ਪਾਸੇ ਕਰਦਾ ਹੈ ਨਾ ਗੁਰੂ। ਇਹਨਾਂ ਵਿਕਾਰਾਂ ਤੇ ਜਿੱਤ ਪ੍ਰਾਪਤ ਕਰਕੇ ਸੱਚੇ ਮਾਰਗ ਤੇ ਤੋਰਨ ਦਾ ਯਤਨ ਕਰਦਾ ਹੈ। ਪਰਮਾਤਮਾ ਦੇ ਮਾਰਗ ਨੂੰ, ਗੁਰੂ ਦੀ ਬੰਦਗੀ ਨੂੰ, ਸ਼ਬਦ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਣ ਵਾਸਤੇ ਤਾਂ ਹੀ ਤੇ ਮਹਾਰਾਜ ਨੇ ਵਾਰ-ਵਾਰ ਕਿਹਾ ਕਿ ਤੂੰ ਦੁਨੀਆ ਦੀ ਸ਼ਰਨ ਨੂੰ ਛੱਡ ਕੇ ਤੇ ਗੁਰੂ ਦੀ ਸ਼ਰਨ ਵਿੱਚ ਆ। ਬੰਦੇ ਕੋਲ ਗਿਆ ਕੁਝ ਨਹੀਂ ਮਿਲਣਾ। ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਜੇ ਗੁਰੂ ਨੂੰ ਛੱਡ ਕੇ ਬੰਦੇ ਦਾ ਅਗਾਂਹ ਜਾ ਕੇ ਚੇਲਾ ਬਣ ਜੇ ਤੇ ਮਿਲਣਾ ਕੁਝ ਨਹੀਂ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਮਨਮੁਖ ਜਿਹੜਾ ਹੈ ਉਹ ਬੰਦੇ ਦਾ ਬੰਦਾ ਗਾ, ਕਿਸੇ ਬੰਦੇ ਦਾ ਚੇਲਾ ਬਣ ਗਿਆ, ਉਹਦੇ ਤੋਂ ਮਿਲਣਾ ਕੁਝ ਨਹੀਂ। ਭਰਮ ਹੋਰ ਵੱਧਦਾ ਜਾਣਾ ਹੈ। ਦੁਨੀਆ ਦੇ ਪਦਾਰਥਾਂ ਦਾ ਮੋਹ ਹੋਰ ਹਿਰਦੇ ਵਿੱਚ ਉਹ ਟੁੱਟਣਾ ਨਹੀਂ, ਉਹਨਾਂ ਤੇ ਜਿੱਤ ਨਹੀਂ ਪ੍ਰਾਪਤ ਹੋਣੀ, ਮਿਲਣਾ ਕੁਝ ਨਹੀਂ ਉੱਥੋਂ। ਫਿਰ ਪ੍ਰਾਪਤੀ ਕਿੱਥੋਂ ਹੋਣੀ ਹੈ? ਸਾਹਿਬ ਕਹਿੰਦੇ ਜਦੋਂ ਗੁਰੂ ਦੀ ਪ੍ਰਾਪਤੀ ਹੋ ਗਈ ਤਬ ਛੁੱਟੈ ਜਬ ਸਾਧੂ ਪਾਇਆ। ਜਦੋਂ ਸਾਧੂ ਗੁਰੂ ਮਿਲ ਪਿਆ, ਜਦੋਂ ਗੁਰੂ ਦੀ ਪ੍ਰਾਪਤੀ ਹੋ ਗਈ, ਸਤਿਗੁਰੂ ਕਹਿੰਦੇ ਤਾਂ ਇਹਨਾਂ ਤੋਂ ਖਲਾਸੀ ਹੋ ਸਕਦੀ ਹੈ, ਮੁਕਤੀ ਮਿਲ ਸਕਦੀ ਹੈ, ਇਹਨਾਂ ਤੋਂ ਆਜ਼ਾਦੀ ਮਿਲ ਸਕਦੀ ਹੈ। ਨਹੀਂ ਤੇ ਸਾਰਾ ਸੰਸਾਰ, ਗੁਰੂ ਨਾਨਕ ਸਾਹਿਬ ਕਹਿੰਦੇ ਕਾਮ, ਕ੍ਰੋਧ, ਮਾਇਆ, ਮਹਿਚੀਤ, ਇਹ ਮਾਇਆ ਦੇ ਵਿੱਚ, ਕ੍ਰੋਧ ਦੇ ਵਿੱਚ, ਕਾਮ ਦੇ ਵਿੱਚ ਚਿੱਤ ਲੱਗਾ ਹੋਇਆ ਹੈ। ਫਿਰ ਅੱਗੇ ਕਿਹਾ ਝੂਠ ਵਿਕਾਰ ਜਾਗੈ ਹਿਤ ਚੀਤ। ਮਹਾਰਾਜ ਕਹਿੰਦੇ ਵੀ ਝੂਠ ਤੇ ਵਿਕਾਰ, ਇਹਨਾਂ ਦੇ ਵਾਸਤੇ ਜਿਹੜਾ ਹਿੱਤ ਹੈ, ਜਿਹੜਾ ਚਿੱਤ ਹੈ, ਉਹ ਵਾਰ-ਵਾਰ ਇਹਨਾਂ ਦੇ ਨਾਲ ਲੱਗਾ। ਹਿੱਤ ਤੋਂ ਭਾਵ ਹੈ ਹੇਤ ਤੋਂ ਭਾਵ ਹੈ ਸਨੇਹ, ਪ੍ਰੇਮ, ਲਗਾਓ, ਜ਼ਿਆਦਾ ਇਸ ਪਾਸੇ ਹੈ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੇ ਬੜੀ ਵਾਰ ਭਗਤ ਫਰੀਦ ਸਾਹਿਬ ਨੇ ਕਿਰਪਾ ਕੀਤੀ। ਕਹਿੰਦੇ ਵੀ ਜੇ ਤੂੰ ਰੱਬ ਦੇ ਮਾਰਗ ਦਾ ਪਾਂਧੀ ਬਣਨਾ ਚਾਹੁੰਦਾ ਹੈ, ਪਰਮਾਤਮਾ ਦੇ ਮਾਰਗ ਤੇ ਤੁਰਨਾ ਚਾਹੁੰਦਾ ਨਾ, ਤੇ ਉਹਦੇ ਮਾਰਗ ਤੇ ਤੁਰਨ ਵਾਸਤੇ ਤੈਨੂੰ ਝੂਠ ਤਜਣਾ ਪੈਣਾ, ਛੱਡਣਾ ਪੈਣਾ। ਉਹਦੇ ਵਾਸਤੇ ਭਗਤ ਫਰੀਦ ਸਾਹਿਬ ਕਹਿੰਦੇ ਵੀ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜਿਹੜੇ ਧਰਮ ਦਾ ਮਾਰਗ ਹੈ, ਧਰਮ ਦਾ ਜਿਹੜਾ ਰਸਤਾ ਹੈ, ਜਿਹੜਾ ਧਰਮ ਨੂੰ ਜਾਂ ਪਰਮਾਤਮਾ ਨੂੰ ਮਿਲਣ ਦਾ ਮਾਰਗ, ਉਹ ਸੱਚ ਦਾ ਹੈ। ਸੱਤ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਤੇ ਜੇ ਉਹਨੂੰ ਛੱਡ ਕੇ ਦੁਨੀਆ ਦੇ ਹੋਰ ਇੱਧਰ ਉੱਧਰ ਦੀਆਂ ਗੱਲਾਂ, ਹੋਰ ਵਲਵਲੇ, ਹੋਰ ਤਰੀਕੇ, ਸਤਿਗੁਰੂ ਕਹਿੰਦੇ ਜਿੰਨਾ ਮਰਜ਼ੀ ਬੋਲੀ ਜਾਓ, ਇਹਦੇ ਬੋਲਣ ਦੇ ਨਾਲ ਜਿੰਨਾ ਮਰਜ਼ੀ ਬੰਦਾ ਝੂਠ ਨਾਲ, ਦੁਨੀਆ ਦੇ ਪਰਪੰਚ ਨਾਲ ਕਿੰਨਾ ਵੀ ਚਿੱਤ ਜੋੜ ਲਏ। ਤੇ ਇਹ ਤੇ ਆਪਾਂ ਬਾਣੀ ਵਿੱਚੋਂ ਪੜ੍ਹਦੇ ਹਾਂ, ਆਪ ਨਿਤਾ ਪ੍ਰਤੀ ਕਥਾ ਸਰਵਣ ਕਰਨ ਵਾਲੇ ਬੈਠੇ ਹੋ ਜਾਂ ਮੀਡੀਏ ਰਾਹੀਂ ਸੁਣ ਰਹੇ ਹੋ। ਸਾਹਿਬ ਨੇ ਸਮਝਾਇਆ ਵੀ ਜਿੰਨਾ ਮਰਜ਼ੀ ਸਤਿਗੁਰੂ ਦੀ ਬਾਣੀ ਸ਼੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਜਿਹੜੀ ਇਹ ਮਾਇਆ ਹੈ ਜਾਂ ਦੁਨੀਆ ਦੇ ਪਦਾਰਥ ਨੇ, ਸੰਸਾਰ ਦੇ ਪਦਾਰਥ ਨੇ, ਬੰਦਾ ਕਹੇ ਵੀ ਜੇ ਮੈਂ ਇਹ ਆਪਣੀ ਹੱਕ ਹਲਾਲ ਨਾਲ ਜਾਂ ਦੁਨੀਆ ਦੇ ਵਿੱਚ ਸੱਚ ਦੇ ਨਾਲ ਇਹ ਪ੍ਰਾਪਤ ਕੀਤਾ, ਤੇ ਕਹਿੰਦੇ ਨਹੀਂ, ਪਾਪਾਂ ਬਾਝੋ ਹੋਵੇ ਨਾਹੀਂ। ਕਹਿੰਦੇ ਵੀ ਪਾਪ ਤੋਂ ਬਗੈਰ, ਝੂਠ ਬੋਲਣ ਤੋਂ ਬਗੈਰ, ਫਰੇਬ ਤੋਂ ਬਗੈਰ, ਠੱਗੀ ਤੋਂ ਬਗੈਰ ਇਸ ਸਮਾਜ ਦੇ ਅੰਦਰ ਇਹਨੂੰ ਇਕੱਠਾ ਨਹੀਂ ਕੀਤਾ ਜਾ ਸਕਦਾ। ਕਿੰਨਾ ਵੀ ਬੰਦਾ ਯਤਨ ਕਰ ਲਵੇ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਪਾਪਾਂ ਬਾਝੋ ਹੋਵੇ ਨਾਹੀਂ। ਜਿਹੜੀ ਪਾਪ ਕਰ ਕਰਕੇ, ਝੂਠ ਬੋਲ ਕਰਕੇ ਦੁਨੀਆ ਦੇ ਅੰਦਰ ਜਿੰਨਾ ਕੁਝ ਇਕੱਠਾ ਕੀਤਾ ਹੈ, ਫਿਰ ਸਾਹਿਬ ਕਹਿੰਦੇ ਇਕੱਠਾ ਤੇ ਕਰ ਲਿਆ, ਪਰ ਇਸ ਤੋਂ ਅੱਗੇ ਸਾਹਿਬ ਨੇ ਫਿਰ ਕਿਰਪਾ ਕੀਤੀ ਵੀ ਮੋਇਆ ਸਾਥ ਨਾ ਜਾਈ। ਹੁਣ ਇਹ ਤੇ ਆਪਾਂ ਜਿੰਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਆਪਾਂ ਸਭ ਨੂੰ ਪਤਾ ਹੈ ਕਿ ਜਿੰਨਾ ਕੁਝ ਅਸੀਂ ਪਸਾਰਾ ਵੇਖਦੇ ਹਾਂ, ਤੁਸੀਂ ਬਾਣੀ ਵਿੱਚੋਂ ਪੜ੍ਹਦੇ ਵੀ ਹੋ, ਵੀ ਜਿੰਨਾ ਕੁਝ ਹੈ ਇਹਦੇ ਚੋਂ ਨਾਲ ਨਿਭਣ ਵਾਲਾ ਕੁਝ ਨਹੀਂ।
ਜਿਹੜਾ ਨਾਲ ਨਿਭਣ ਵਾਲਾ ਹੈ, ਨਾਲ ਤੁਰਨ ਵਾਲਾ ਹੈ, ਉਹਨੂੰ ਅਸੀਂ ਇੱਕ ਪਾਸੇ ਕਰ ਦਿੱਤਾ, ਉਹਨੂੰ ਅਸੀਂ ਛੱਡ ਕੇ ਲਾਂਭੇ ਹੋ ਗਏ, ਵੱਖਰੇ ਹੋ ਗਏ ਵੀ ਨਾਮ ਨੂੰ, ਬੰਦਗੀ ਨੂੰ, ਸਿਮਰਨ, ਸੇਵਾ ਜਾਂ ਬਾਣੀ ਉਦੋਂ ਪੜਾਂਗੇ ਜਦੋਂ ਕੋਈ ਸਾਡੇ ਸਰੀਰ ਤੇ ਦੁੱਖ, ਤਕਲੀਫ, ਵਿਪਤਾ ਜਾਂ ਕੋਈ ਕੰਮ ਜਾਂ ਕੁਝ ਹੋਰ ਤਰੀਕੇ ਦਾ, ਉਦੋਂ ਸਾਨੂੰ ਗੁਰਦੁਆਰਾ ਚੇਤੇ ਆਏਗਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਹਰ ਰੋਜ਼ ਸਿੱਖ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਸਾਡੀ ਭੁੱਲ ਹੈ ਵੀ ਜਿਹੜੀ ਚੀਜ਼ ਅਸੀਂ ਪ੍ਰਾਪਤ ਕਰਨੀ ਨਾ, ਉਹਨੂੰ ਅਸੀਂ ਤਜ ਦਿੱਤਾ, ਛੱਡ ਦਿੱਤਾ, ਪਾਸੇ ਕਰ ਦਿੱਤਾ, ਤੇ ਜਿਹਨੇ ਨਾਲ ਨਹੀਂ ਨਿਭਣਾ ਉਹਦੇ ਮਗਰ ਬੰਦੇ ਦੀ ਦਿਨ ਭਰ ਰਾਤ ਦੀ ਦੌੜ ਹੈ। ਦਿਨ ਭਰ ਰਾਤ ਬੰਦਾ ਭੱਜਦਾ ਹੈ ਵੀ ਵੱਧ ਤੋਂ ਵੱਧ ਇਕੱਠਾ ਕਰ ਲਵਾਂ, ਵੱਧ ਤੋਂ ਵੱਧ ਪ੍ਰਾਪਤੀ ਕਰ ਲਵਾਂ। ਮਹਾਰਾਜ ਨੇ ਬਚਨ ਝੋਲੀ ਵਿੱਚ ਪਾਏ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰਦਵ ਪ੍ਰੀਤ ਭਸਮ ਸੰਗ ਹੋਏ। ਸਤਿਗੁਰੂ ਕਹਿੰਦੇ ਵੀ ਜਿੰਨੇ ਤੇਰੇ ਨਾਲ ਨਿਭਣਾ ਹੈ, ਜਿਹੜਾ ਤੇਰੇ ਨਾਲ ਤੁਰਨ ਵਾਲਾ ਹੈ, ਉਹਨੂੰ ਤੇ ਤੂੰ ਪਾਸੇ ਕਰ ਦਿੱਤਾ, ਪਰ ਹਾਰ ਛੱਡ ਦਿੱਤਾ, ਤਿਆਗ ਦਿੱਤਾ। ਤੇ ਜਿਸ ਚੀਜ਼ ਨੇ ਨਾਲ ਨਹੀਂ ਤੁਰਨਾ, ਜਿਸ ਪਦਾਰਥਾਂ ਨੇ ਜਾਂ ਦੁਨੀਆ ਦੇ ਮੋਹ ਨੇ ਜਾਂ ਦੁਨੀਆ ਦੇ ਹੋਰ ਪਦਾਰਥਾਂ ਨੇ ਸਾਨੂੰ ਛੱਡ ਦੇਣਾ, ਤਜ ਦੇਣਾ ਹੈ, ਸਤਿਗੁਰੂ ਕਹਿੰਦੇ ਬੜੀ ਪ੍ਰੀਤ ਹੈ, ਬੜਾ ਪ੍ਰੇਮ, ਬੜਾ ਲਗਾਓ ਕਰਦਾ ਹੈ, ਬੜਾ ਉਹ ਸੰਸਾਰ ਦੇ ਪਦਾਰਥਾਂ ਦੇ ਨਾਲ ਇਹਨੇ ਆਪਣਾ ਚਿੱਤ ਜੋੜਿਆ ਹੋਇਆ ਹੈ। ਸਤਿਗੁਰੂ ਕਹਿੰਦੇ ਵੀ ਜਿੰਨੇ ਨਾਲ ਇੱਕ ਫਰਮਾਨ ਹੋਰ ਆਪ ਜੀ ਦੇ ਸਾਹਮਣੇ ਰੱਖਾਂ। ਮਹਾਰਾਜ ਕਹਿੰਦੇ ਵੀ ਜਿਹੜਾ ਸਤਿਗੁਰੂ, ਜਿਹੜਾ ਪਰਮਾਤਮਾ ਆਪਣਾ ਸੀ ਨਾ, ਆਪਦਾ ਸੀ, ਉਹਨੂੰ ਬੰਦੇ ਨੇ ਪਰਾਇਆ ਕਰ ਦਿੱਤਾ ਵੀ ਇਹ ਮੇਰਾ ਨਹੀਂ, ਤੇ ਜਿਹੜੇ ਪਰਾਏ ਸੀ ਉਹਨੂੰ ਆਪਣੇ ਨਾਲ ਜੋੜ ਲਿਆ, ਵੱਧ ਤੋਂ ਵੱਧ ਯਤਨ ਕਰਦਾ ਹੈ। ਸਾਹਿਬ ਕਹਿੰਦੇ ਜੋ ਪਰਾਇਓ ਸੋਈ ਆਪਣਾ, ਜਿਹੜਾ ਪਰਾਇਆ ਸੀ ਬੰਦੇ ਨੇ ਕਿਹਾ ਵੀ ਉਹ ਮੇਰਾ ਆਪਣਾ ਹੈ। ਜਿਹੜਾ ਪਰਾਇਆ ਸੀ, ਜਿਹੜਾ ਵੱਖਰਾ, ਜਿਹਨੇ ਅੱਧ ਵਿਚਾਲੇ ਛੱਡ ਦੇਣਾ, ਜਿਹਨੇ ਦੁਨੀਆ ਦੇ ਅੰਦਰ ਜਿਹਨੂੰ ਪ੍ਰਾਪਤ ਕੀਤਾ ਤੇ ਦੁਨੀਆ ਦੇ ਵਿੱਚ ਹੀ ਰਹਿ ਜਾਣਾ ਹੈ, ਸਾਹਿਬ ਕਹਿੰਦੇ ਉਹ ਬੰਦਾ ਕਹਿੰਦਾ ਵੀ ਮੇਰਾ ਆਪਣਾ ਹੈ। ਪਰ ਪਾਤਸ਼ਾਹ ਕਹਿੰਦੇ ਵੀ ਜਿਹੜਾ ਤੇਰਾ ਆਪਣਾ ਸੀ, ਸਭ ਕੁਝ ਆਪਣਾ, ਇੱਕ ਰਾਮ ਪਰਾਇਆ, ਸਾਰਾ ਕੁਝ ਬੰਦਾ ਕਹਿੰਦਾ ਮੇਰਾ ਆਪਣਾ ਹੈ, ਘਰ ਮੇਰਾ, ਗੱਡੀ ਮੇਰੀ, ਸਾਰਾ ਜੋ ਕੁਝ ਮੈਂ ਬੰਦਾ ਆਪਣੇ। ਸਗੋਂ ਸਮਾਜ ਵਿੱਚ ਗੱਲ ਕਰਦਾ ਨਾ, ਵਿਚਰਦਾ, ਕਹਿੰਦਾ ਜੀ ਬੜੀ ਮਿਹਨਤ ਕੀਤੀ ਹੈ, ਬੜਾ ਗਰਾਊਂਡ ਤੋਂ ਉੱਠਿਆ, ਜ਼ੀਰੋ ਲੈਵਲ ਤੋਂ, ਬੜਾ ਵੱਡਾ ਕਾਰੋਬਾਰ ਖੜਾ ਕੀਤਾ, ਬੜੀ ਮਿਹਨਤ ਕੀਤੀ, ਬੜਾ ਇੱਦਾਂ ਕੀਤਾ, ਬੜੇ ਮੈਂ ਧੱਕੇ ਖਾਦੇ, ਬੜੀਆਂ ਭੁੱਖਾਂ ਤਰਿਆਂ ਵੇਖੀਆਂ, ਬੜਾ ਕੁਝ ਕਰਕੇ ਤੇ ਫਿਰ ਆਹ ਸਭ ਕੁਝ ਕੀਤਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਵੀ ਉਹਨੂੰ ਬੰਦਾ ਕਹਿੰਦਾ ਵੀ ਇਹ ਸਾਰਾ ਕੁਝ ਮੈਂ ਕੀਤਾ, ਮੇਰਾ ਆਪਣਾ ਹੈ। ਪਰ ਬਾਣੀ ਆਖਦੀ ਹੈ ਵੀ ਜਿਹੜਾ ਆਪਣਾ ਸੀ ਉਹਨੂੰ ਬੰਦੇ ਨੇ ਪਰਾਇਆ ਕੀਤਾ ਵੀ ਇਹ ਪਰਾਇਆ ਹੈ, ਤੇ ਜਿਹੜਾ ਪਰਾਇਆ ਸੀ ਉਹਨੂੰ ਬੰਦਾ ਕਹਿੰਦਾ ਵੀ ਇਹ ਸਭ ਕੁਝ ਮੇਰਾ ਆਪਣਾ ਹੈ। ਹੁਣ ਜਦੋਂ ਤੱਕ ਜਿਹੜਾ ਆਪਣਾ ਸੀ ਆਪਣੇ ਨੂੰ ਆਪਣਾ ਨਹੀਂ ਕਵੇਗਾ, ਉਦੋਂ ਤੱਕ ਆਤਮਾ ਤੇ ਪਰਮਾਤਮਾ ਦਾ ਮੇਲ ਕੋਈ ਨਹੀਂ ਹੋਣਾ। ਉਦੋਂ ਤੱਕ ਜਿਹੜਾ ਜੀਵ ਹੈ ਉਹ ਨਿਰੰਕਾਰ ਦੇ ਮਾਰਗ ਤੱਕ, ਉਦੋਂ ਤੱਕ ਨਾ ਕਾਮ ਨੇ ਵੱਖ ਹੋਣਾ, ਨਾ ਕ੍ਰੋਧ ਨੇ ਵੱਖ ਹੋਣਾ, ਨਾ ਮਾਇਆ ਤੋਂ ਪਾਸੇ ਹੋਇਆ ਜਾਣਾ। ਹਾਂ, ਜਿਨ੍ਹਾਂ ਨੇ ਅਕਾਲ ਪੁਰਖ ਨੂੰ ਆਪਣਾ ਬਣਾ ਕੇ ਤੇ ਦੁਨੀਆ ਦੇ ਅੰਦਰ ਸਿਰਫ ਗੁਜ਼ਾਰੇ ਵਾਸਤੇ ਇਹ ਪਦਾਰਥ ਦੁਨੀਆ ਦੇ ਇਕੱਠੇ ਕੀਤੇ ਨਾ, ਜਿਵੇਂ ਬਾਬਾ ਕਬੀਰ ਸਾਹਿਬ ਨੇ ਕਿਰਪਾ ਕੀਤੀ ਸ਼ਲੋਕਾਂ 'ਚ, ਜਿਨ੍ਹਾਂ ਨੇ ਆਪਣਾ ਆਪ ਗੁਰੂ ਅੱਗੇ ਭੇਟ ਕੀਤਾ ਹੈ, ਆਪਣੇ ਆਪ ਨੂੰ ਪਾਤਸ਼ਾਹ ਦੇ ਅੱਗੇ ਰੱਖਿਆ ਹੈ, ਉਹਨਾਂ ਵਾਸਤੇ ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਆਈ ਮੁਝੇ ਪਹਿ ਅਨੇਕ ਕਰੇ ਕਰ ਭੇਸ, ਬੜੇ ਤਰੀਕੇ ਵਰਤ ਕੇ ਦੁਨੀਆ ਦੇ ਪਦਾਰਥਾਂ ਨੇ, ਮਾਇਆ ਨੇ, ਸੰਸਾਰ ਦੇ ਹੋਰ ਬੜੇ ਤਰੀਕਿਆਂ ਦੇ ਨਾਲ ਕਹਿੰਦੇ ਵੀ ਮੇਰੇ ਚਿੱਤ ਨੂੰ ਡਲਾਉਣ ਦਾ ਯਤਨ ਕੀਤਾ ਹੈ। ਇੱਕ ਤੋਂ ਇੱਕ ਭੇਖ ਧਾਰਨ ਕਰਕੇ ਇਸ ਮਾਇਆ ਨੇ ਮੈਨੂੰ ਭਰਮਾਉਣ ਦਾ ਯਤਨ ਕੀਤਾ ਹੈ। ਪਰ ਕਹਿੰਦੇ ਵੀ ਮੈਂ ਤੇ ਆਪਣੇ ਸਤਿਗੁਰੂ ਨਾਲ ਜੁੜਿਆ ਸੀ ਨਾ, ਜਿਹੜਾ ਮੇਰਾ ਮੂਲ ਹੈ, ਕਿਉਂਕਿ ਜਦੋਂ ਤੱਕ ਮੂਲ ਨਾਲ ਬੰਦਾ ਨਹੀਂ ਨਾ ਜੁੜਦਾ, ਉਦੋਂ ਤੱਕ ਜੀਵਨ ਦੇ ਅੰਦਰ ਜਿਹੜੇ ਆਨੰਦ ਦੀ ਗੱਲ ਕਹਿ ਲਓ, ਰੱਬ ਨੂੰ ਮਿਲਣ ਦੀ ਗੱਲ ਕਹਿ ਲਓ, ਸ਼ਬਦ ਹਿਰਦੇ 'ਚ ਵਸਾਉਣ ਦੀ ਗੱਲ ਕਹਿ ਲਓ, ਉਦੋਂ ਤੱਕ ਨਹੀਂ, ਜਦੋਂ ਤੱਕ ਮੂਲ ਨਾਲ ਨਹੀਂ ਜੁੜਦਾ। ਹੁਣ ਮੂਲ ਸਾਡਾ ਸ਼ਬਦ ਹੈ, ਮੂਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੈ, ਤੇ ਸ਼ਬਦ ਤੋਂ ਪਾਸੇ ਹੋ ਕੇ, ਆਪਣੇ ਮੂਲ ਤੋਂ ਪਾਸੇ ਹੋ ਕੇ ਬੰਦਾ ਕਿੰਨਾ ਵੀ ਯਤਨ ਕਰਦਾ ਰਵੇ, ਜਿੰਨਾ ਮਰਜ਼ੀ ਹੱਥ ਪੈਰ ਮਾਰਦਾ ਰਵੇ, ਉਦੋਂ ਤੱਕ ਇਹਦੇ ਅੰਦਰ ਇਹ ਜਿਹੜੀ ਪ੍ਰਤੀਕਿਰਿਆ ਹੈ ਉਹ ਚਾਲੂ ਹੀ ਨਹੀਂ ਹੋਣੀ, ਜਿਹਦੇ ਵਾਸਤੇ ਆਪਾਂ ਇੰਨਾ ਕੁਝ ਸੁਣਦੇ ਹਾਂ, ਬੋਲਦੇ ਹਾਂ ਵੀ ਆਹ ਕਰਨਾ, ਇੱਦਾਂ ਕਰਨਾ, ਇਹ ਅਧਿਆਤਮਿਕੀ ਕਰਮ ਨੇ। ਸਾਹਿਬ ਕਹਿੰਦੇ ਵੀ ਕਿੰਨੇ ਭੇਖ ਧਾਰਨ ਕਰਕੇ ਮਾਇਆ ਨੇ ਮੈਨੂੰ ਭਰਮਾਉਣ ਦਾ ਯਤਨ ਕੀਤਾ, ਪਰ ਕਹਿੰਦੇ ਵੀ ਮੋਹਿ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼।
ਕਹਿੰਦੇ ਵੀ ਮੈਨੂੰ ਮੇਰੇ ਸਤਿਗੁਰੂ ਨੇ ਹੱਥ ਦੇ ਕੇ ਰੱਖਿਆ ਹੈ। ਫਿਰ ਇਹ ਮਾਇਆ ਨੇ ਮੇਰੇ ਤੇ ਜ਼ੋਰ ਨਹੀਂ ਪਾਇਆ, ਇਸ ਮਾਇਆ ਨੇ ਮੈਨੂੰ ਭਰਮਾਇਆ ਨਹੀਂ, ਸਗੋਂ ਕਹਿੰਦੇ ਇਹਨੇ ਮੈਨੂੰ ਆਦੇਸ਼ ਕੀਤਾ, ਝੁਕ ਕੇ ਨਮਸਕਾਰ ਕੀਤੀ ਹੈ। ਕਿਉਂ ਕੀਤੀ? ਕਿਉਂਕਿ ਆਪਣੇ ਸਤਿਗੁਰੂ ਨੂੰ ਹਿਰਦੇ ਵਿੱਚ ਵਸਾਇਆ ਹੈ। ਜਿਹੜੀ ਪਰਾਈ ਚੀਜ਼ ਸੀ ਉਹਨੂੰ ਪਰਾਏ ਵਾਲੇ ਪਾਸੇ ਰੱਖਿਆ, ਪਰਾਈ ਨੂੰ ਆਪਣਾ ਨਹੀਂ ਬਣਨ ਦਿੱਤਾ। ਫਿਰ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਝੂਠ ਵਿਕਾਰ ਜਾਗੈ ਹਿਤ ਚੇਤ, ਜਿਹੜਾ ਮੇਰਾ ਚੀਤ ਹੈ, ਜਿਹੜਾ ਮੇਰਾ ਚਿੱਤ ਹੈ, ਉਹ ਝੂਠ ਵਾਲੇ ਪਾਸੇ, ਵਿਕਾਰਾਂ ਵਾਲੇ ਪਾਸੇ, ਦੁਨੀਆ ਵਾਲੇ ਪਾਸੇ ਬੜਾ ਜਾਗਦਾ ਹੈ। ਫਿਰ ਕੋਈ ਆਲਸ ਨਹੀਂ ਦੁਨੀਆ ਦੇ ਪਦਾਰਥ। ਤਾਂ ਹੀ ਤੇ ਬਾਣੀ ਵਿੱਚ ਇਹ ਵੀ ਪੰਕਤੀ ਆਪ ਜੀ ਨੂੰ ਯਾਦ ਵੀ ਹੋਏਗੀ, ਬੁਰੇ ਕਾਮ ਕੋ ਉਠ ਖਲੋਆ, ਨਾਮ ਕੀ ਬੇਲਾ ਪੈ ਪੈ ਸੋਆ। ਜਿਹੜੇ ਵਿਕਾਰਾਂ ਦੀ ਗੱਲ ਹੋਵੇ ਜਾਂ ਹੋਰ ਕਿਸੇ ਦੀ ਕੋਈ ਬੁਰਾਈ ਸੁਣਨੀ ਹੋਵੇ, ਕਿਸੇ ਦੀ ਨਿੰਦਿਆ ਸੁਣਨੀ ਹੋਵੇ, ਆਪਣੀ ਉਸਤਤ ਸੁਣਨੀ ਹੋਵੇ, ਤੇ ਫਿਰ ਕੋਈ ਆਲਸ ਨਹੀਂ, ਫਿਰ ਕੋਈ ਥਕੇਵਾ ਅਕੇਵਾ ਨਹੀਂ, ਬੰਦਾ ਹਰ ਵਕਤ ਚੁਸਤ ਹੈ, ਹਰ ਵਕਤ ਫੁਰਤੀ ਹੈ। ਮਹਾਰਾਜ ਕਹਿੰਦੇ ਇਹ ਜਿਹੜਾ ਮੇਰਾ ਚਿੱਤ ਹੈ, ਇਹ ਸੰਸਾਰ ਦੇ ਅੰਦਰ ਝੂਠ ਵਾਲੇ ਪਾਸੇ, ਵਿਕਾਰ ਵਾਲੇ ਪਾਸੇ ਬੜਾ ਜਾਗਦਾ ਹੈ। ਫਿਰ ਜਦੋਂ ਇਹ ਦੁਨੀਆ ਵਾਲੇ ਪਾਸੇ ਜਾਗਦਾ ਹੈ ਤੇ ਇਹਨੇ ਜਿਹੜੀ ਰਾਸ ਪੂੰਜੀ ਉਹ ਵੀ ਦੁਨੀਆ ਵਾਲੀ ਇਕੱਠੀ ਕਰਨੀ ਹੈ ਨਾ। ਜਦੋਂ ਇਹ ਤੁਰੇਗਾ ਦੁਨੀਆ ਵਾਲੇ ਮਾਰਗ ਤੇ, ਜਦੋਂ ਤੁਰੇਗਾ ਇਹ ਕੌਡੀਆਂ ਵਾਲੇ ਰਸਤੇ ਤੇ ਫਿਰ ਕੌਡੀਆਂ ਕੱਚ ਹੀ ਵਿਹਾਂਜੇਗਾ ਨਾ, ਕੱਚ ਇਕੱਠਾ ਕਰੇਗਾ। ਤੇ ਸਤਿਗੁਰੂ ਕਹਿੰਦੇ ਜਦੋਂ ਤੁਰਿਆ ਇੱਧਰ ਤੇ ਪੂੰਜੀ ਪਾਪ ਲੋਭ ਕੀ ਕੀਤ, ਕਹਿੰਦੇ ਜਿਹੜੀ ਪੂੰਜੀ ਇਕੱਠੀ ਕੀਤੀ ਉਹ ਪਾਪ ਦੀ ਤੇ ਲੋਭ ਦੀ ਇਕੱਠੀ ਕੀਤੀ ਹੈ। ਕਿਉਂਕਿ ਤੁਰਿਆ ਲੋਭ ਵਾਲੇ ਪਾਸੇ, ਤੁਰਿਆ ਪਾਪ ਵਾਲੇ ਪਾਸੇ, ਤੁਰਿਆ ਕਾਮ ਕ੍ਰੋਧ ਮਾਇਆ ਮੈਂ ਚੀਤ ਵਾਲੇ ਪਾਸੇ, ਤੁਰਿਆ ਝੂਠ ਵਿਕਾਰ ਵਾਲੇ ਪਾਸੇ। ਤੇ ਫਿਰ ਜਿਹੜੀ ਪੂੰਜੀ ਹੈ ਉਹ ਨਾਮ ਦੀ ਕਿਵੇਂ ਇਕੱਠੀ ਕਰ ਲਏਗਾ? ਜਿਹੜੇ ਮਾਰਗ ਤੇ ਬੰਦਾ ਤੁਰੇਗਾ, ਜਿਸ ਪਾਸੇ ਨੂੰ ਤੁਰੇਗਾ, ਪ੍ਰਾਪਤੀ ਤੇ ਰਸਤੇ ਵਿੱਚ ਉਹੀ ਹੋਏਗੀ ਨਾ ਜੋ ਕੁਝ ਹੋਏਗਾ। ਤੇ ਇਸ ਮਾਰਗ ਤੇ, ਦੁਨੀਆ ਵਾਲੇ ਮਾਰਗ ਤੇ ਸਤਿਗੁਰੂ ਕਹਿੰਦੇ ਪਾਪ ਹੈ, ਲੋਭ ਹੈ, ਤੇ ਲੋਭ ਵਾਲੇ ਪਾਸੇ, ਪਾਪ ਵਾਲੇ ਪਾਸੇ ਇਹ ਬੰਦਾ ਪੂੰਜੀ ਇਕੱਠੀ ਕਰ ਰਿਹਾ। ਪੂੰਜੀ ਪਾਪ ਲੋਭ ਕੀ ਕੀਤ। ਮਹਾਰਾਜ ਕਹਿੰਦੇ ਵੀ ਜਿਹੜੀ ਪੂੰਜੀ, ਜਿਹੜੀ ਸਾਨੂੰ ਨਾਮ ਧਨ ਖੱਟਣ ਬਾਰੇ ਸਤਿਗੁਰੂ ਨੇ ਕਿਹਾ ਨਾ ਵੀ ਤੂੰ ਨਾਮ ਧਨ ਦੀ ਪ੍ਰਾਪਤੀ ਕਰ, ਨਾਮ ਆਪਣੇ ਹਿਰਦੇ ਵਿੱਚ ਵਸਾ, ਉਹਦੇ ਤੋਂ ਤੇ ਪਾਸੇ ਹੋ ਗਿਆ। ਸਾਹਿਬ ਕਹਿੰਦੇ ਲੋਭ ਤੇ ਪਾਪ ਦੋਵਾਂ ਦੀ ਪੂੰਜੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਕਿਉਂਕਿ ਪਹਿਲਾਂ ਆਪ ਜੀ ਸਾਹਮਣੇ ਇਹ ਬਚਨ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਕੀਤੇ ਸੀ ਵੀ ਪਾਪਾਂ ਬਾਝੋ ਹੋਵੇ ਨਾਹੀਂ। ਇਹ ਜਿਹੜੇ ਲੋਭ ਦੀ ਪੂਰਤੀ ਇਹ ਪਾਪ ਤੋਂ ਬਿਨਾਂ ਨਹੀਂ ਹੁੰਦੀ। ਬੜੀ ਪਿਆਰੀ ਇੱਕ ਕਥਾ ਸੁਣੀ ਸੀ, ਕਹਿੰਦੇ ਵੀ ਕੋਈ ਬ੍ਰਾਹਮਣ ਨਾ ਨਦੀ ਤੇ ਇਸ਼ਨਾਨ ਕਰਨ ਜਾਂਦਾ ਸੀ, ਤੇ ਜਿਹੜਾ ਉਹਦਾ ਰਸਤਾ ਸੀ ਜਿੱਧਰੋਂ ਉਹ ਲੰਘਦਾ ਸੀ, ਉਧਰ ਇੱਕ ਪਾਸੇ ਫਕੀਰ ਦੀ ਝੁੱਗੀ ਸੀ। ਉਹਨੇ ਲੰਘਦੇ ਨੇ ਵੇਖਣਾ ਵੀ ਫਕੀਰ ਆਪਣੀ ਮਸਤੀ ਵਿੱਚ ਹਰ ਟਾਈਮ ਆਪਣੇ ਪਰਮਾਤਮਾ ਨੂੰ, ਆਪਣੇ ਰੱਬ ਨੂੰ, ਆਪਣੇ ਇਸ਼ਟ ਨੂੰ ਯਾਦ ਕਰਦਾ ਹੈ। ਉਹਨੇ ਲੰਘਦੇ ਨੇ ਕਿੰਨੇ ਸਮੇਂ ਤੋਂ, ਕਿੰਨੇ ਟਾਈਮ ਤੋਂ ਉਹ ਵੇਖਦਾ ਹੈ, ਤੁਰ ਜਾਂਦਾ ਹੈ, ਵੇਖਦਾ, ਲੰਘ ਜਾਂਦਾ। ਇੱਕ ਦਿਨ ਮਨ ਵਿੱਚ ਖਿਆਲ ਆਇਆ ਵੀ ਇਸ ਫਕੀਰ ਨੂੰ ਮਿਲੀਏ ਤੇ ਸਹੀ, ਵੇਖੀਏ ਤੇ ਸਹੀ ਵੀ ਇਹਦੇ ਕੋਲੇ ਹੈ ਕੀ ਕੁਝ ਹੈ। ਕਿੰਨਾ ਕਿ ਬਾਹਰੋਂ ਵੇਖਣ 'ਚ ਫਕੀਰ ਲੱਗਦਾ ਜਾਂ ਅਸਲ ਜੀਵਨ ਵਿੱਚ ਟਿਕਿਆ ਹੋਇਆ ਹੈ, ਅਸਲ ਮਨ ਇਹਦਾ ਟਿਕਿਆ ਹੋਇਆ ਹੈ। ਕਹਿੰਦੇ ਵੀ ਚਲੇ ਗਿਆ। ਜਦੋਂ ਉਹਦੇ ਕੋਲ ਗਿਆ, ਜਾ ਕਰਕੇ ਉਹਦੇ ਨਾਲ ਦੁਆ ਸਲਾਮ ਕੀਤੀ ਤੇ ਕਹਿਣ ਲੱਗਾ, ਫਕੀਰ ਸਾਹਿਬ ਮੈਂ ਸੁਣਿਆ ਵੀ ਜਿਹੜੇ ਸਵਾਲਾਂ ਦਾ ਜਵਾਬ ਦੁਨੀਆ 'ਚੋਂ ਕੋਈ ਨਾ ਦੇ ਸਕੇ, ਉਹਨਾਂ ਸਵਾਲਾਂ ਦਾ ਜਵਾਬ ਅਕਸਰ ਜਿਹੜੇ ਤੁਹਾਡੇ ਵਰਗੇ ਫਕੀਰ ਨੇ, ਤੁਹਾਡੇ ਵਰਗੇ ਟਿਕੇ ਹੋਏ ਨੇ, ਜਾਂ ਜਿਹੜੇ ਰੱਬ ਨਾਲ, ਪਰਮਾਤਮਾ ਨਾਲ ਜੁੜੇ ਹੋਏ ਨੇ, ਉਹਨਾਂ ਤੋਂ ਮਿਲ ਜਾਂਦਾ ਹੈ। ਉਹ ਫਕੀਰ ਬੜਾ ਟਿਕਿਆ ਸੀ, ਸਿਆਣਾ ਸੀ, ਦਾਨਾ ਸੀ। ਕਹਿ ਲੱਗਾ ਵੀ ਦੱਸੋ ਤੁਹਾਡਾ ਸਵਾਲ ਕੀ ਹੈ, ਤੁਸੀਂ ਪੁੱਛਣਾ ਕੀ ਚਾਹੁੰਦੇ ਹੋ? ਤੇ ਇਹ ਬ੍ਰਾਹਮਣ ਕਹਿ ਲੱਗਾ ਜੀ ਵੀ ਮੇਰਾ ਸਵਾਲ ਹੈ ਵੀ ਇਹ ਸੰਸਾਰ ਵਿੱਚ ਪਾਪ ਦਾ ਬਾਪ ਕੌਣ ਹੈ? ਉਹ ਕਹਿੰਦਾ ਵੀ ਸਵਾਲ ਤੇਰਾ ਥੋੜਾ ਕਠਨ ਹੈ, ਕੱਲ ਤੱਕ ਦਾ ਸਮਾਂ ਦੇ ਦੇ, ਕੱਲ ਇਸੇ ਟਾਈਮ ਮੇਰੇ ਕੋਲ ਆ ਜਾਈਂ ਤੇ ਤੈਨੂੰ ਤੇਰੇ ਸਵਾਲ ਦਾ ਜਿਹੜਾ ਉੱਤਰ ਉਹ ਮੈਂ ਦੇ ਦਿਆਂਗਾ। ਕਹਿੰਦੇ ਵੀ ਸਵੇਰ ਹੋਈ, ਇਹ ਬ੍ਰਾਹਮਣ ਫੇਰ ਨਦੀ ਤੇ ਗਿਆ, ਆਪਣਾ ਸੌਚ ਇਸ਼ਨਾਨ ਕੀਤਾ ਤੇ ਫਿਰ ਵਾਪਸ ਉਸੇ ਫਕੀਰ ਦੀ ਝੁੱਗੀ 'ਚ ਆ ਜਾਂਦਾ ਹੈ। ਆ ਕੇ ਕਹਿ ਲੱਗਾ ਵੀ ਫਕੀਰ ਸਾਹਿਬ ਕੱਲ ਤੁਹਾਡੇ ਕੋਲ ਆਇਆ ਸਾਂ, ਬੇਨਤੀ ਕੀਤੀ ਸੀ, ਪ੍ਰਸ਼ਨ ਸੀ, ਮੇਰਾ ਸਵਾਲ ਸੀ ਵੀ ਦੁਨੀਆ ਵਿੱਚ ਪਾਪ ਦਾ ਬਾਪ ਕੌਣ ਹੈ? ਤੇ ਤੁਸੀਂ ਕਿਹਾ ਸੀ ਵੀ ਕੱਲ ਇਸੇ ਟਾਈਮ ਆ ਜਾਈ ਤੇ ਮੈਂ ਆਇਆ, ਕਰੋ ਕਿਰਪਾ ਦੱਸੋ ਵੀ ਪਾਪ ਦਾ ਬਾਪ ਕੌਣ ਹੈ? ਤੇ ਫਕੀਰ ਕਹਿ ਲੱਗਾ ਵੀ ਤੇਰਾ ਸਵਾਲ ਤੇ ਉੱਤਰ ਮੈਂ ਜਿਹੜਾ ਉਹ ਲੱਭ ਲਿਆ, ਪਰ ਮੈਂ ਉਹ ਉੱਤਰ ਤੋਂ ਪਹਿਲਾਂ ਇੱਕ ਬੇਨਤੀ ਤੈਨੂੰ ਕਰਨੀ ਚਾਹੁੰਦਾ, ਜੇ ਤੂੰ ਮੇਰੀ ਗੱਲ ਮੰਨ ਲਵੇਂ। ਕਹਿੰਦਾ ਜੀ ਦੱਸੋ ਕੀ ਬੇਨਤੀ? ਕਹਿੰਦਾ ਵੀ ਮੇਰੇ ਕੋਲ ਇੱਕ ਪਾਰਸ ਹੈ,
ਤੇ ਇਹ ਪਾਰਸ ਮੈਂ ਗਰੀਬ ਨੂੰ ਦੇਣਾ ਚਾਹੁੰਦਾ, ਕਿਉਂਕਿ ਮੈਂ ਤੇ ਫਕੀਰ ਬੰਦਾ, ਝੁੱਗੀ 'ਚ ਮੈਂ ਆਪਣੀ ਅੱਧਿਓ ਜ਼ਿਆਦੀ ਉਮਰ ਕੱਟ ਲਈ ਹੈ, ਜਿੰਨੀ ਬਾਕੀ ਰਹਿ ਗਈ ਉਹ ਵੀ ਝੁੱਗੀ 'ਚ ਕੱਟ ਲਵਾਂਗਾ। ਪਰ ਕੋਈ ਤੁਹਾਡੇ ਨਗਰ ਵਿੱਚ ਤੁਹਾਡੇ, ਕਿਉਂਕਿ ਤੁਸੀਂ ਇੱਧਰ ਉੱਧਰ ਜਾਂਦੇ ਆਉਂਦੇ ਰਹਿੰਦੇ, ਜਿਹੜਾ ਅੱਧ ਦਰਜੇ ਦਾ ਗਰੀਬ ਬੰਦਾ ਹੋਵੇ ਉਹਨੂੰ ਮੇਰੇ ਪਾਸ ਲੈ ਆਓ ਤੇ ਇਹ ਪਾਰਸ ਮੈਂ ਉਹਨੂੰ ਦੇ ਦਿਆਂ। ਤੇ ਇਹ ਪਾਰਸ ਲੈ ਕੇ ਉਹ 9 ਧਾਤਾਂ ਨੂੰ ਟੱਚ, ਜਿਹੜਾ ਪਾਰਸ ਹੈ ਆਖਦੇ ਵੀ 9 ਜਿਹੜੀਆਂ ਧਾਤਾਂ ਨੇ ਨਾ, ਜਿਵੇਂ ਲੋਹਾ ਹੋ ਗਿਆ, ਚਾਂਦੀ ਹੋ ਗਈ, ਪਿੱਤਲ ਹੋ ਗਿਆ, ਇਹਨਾਂ ਨੂੰ ਟੱਚ ਕੀਤਾ ਜਾਏ ਤੇ ਇਹ ਸੋਨੇ 'ਚ ਤਬਦੀਲ ਹੋ ਜਾਂਦੀਆਂ ਨੇ। ਕਹਿੰਦੇ ਵੀ ਬੜੇ ਗਰੀਬ ਹੋਵੇ ਤੇ ਉਹਨੂੰ ਮੈਂ ਇਹ ਪਾਰਸ ਦੇਣਾ ਚਾਹੁੰਦਾ ਹੈ। ਹੁਣ ਉਸ ਬ੍ਰਾਹਮਣ ਦੇ ਮਨ ਵਿੱਚ ਖਿਆਲ ਪੈਦਾ ਹੋਇਆ, ਕਹਿੰਦਾ ਵੀ ਫਕੀਰ ਕਿਹੜਾ ਮੈਨੂੰ ਜਾਣਦਾ, ਨਾ ਇਹ ਮੈਨੂੰ ਜਾਣਦਾ, ਨਾ ਮੈਂ ਇਹ ਮੇਰੇ ਘਰ ਆਇਆ, ਇਹਨੂੰ ਕੀ ਪਤਾ ਮੈਂ ਕੀ ਕੁਝ ਹੈਗਾ ਮੇਰੇ ਕੋਲੇ, ਕੀ ਕੁਝ ਨਹੀਂ। ਕਹਿੰਦਾ ਫਕੀਰ ਸਾਹਿਬ ਹੈ ਤੇ ਮੈਂ ਵੀ ਬੜਾ ਗਰੀਬ ਹਾਂ, ਔਖਾ ਹੀ ਗੁਜ਼ਾਰਾ ਚੱਲਦਾ ਹੈ, ਤੇ ਜੇ ਤੁਸੀਂ ਇਹ ਪਾਰਸ ਮੈਨੂੰ ਦੇ ਦਿਓ ਤੇ ਮੇਰਾ ਭਲਾ ਹੋ ਜਾਏਗਾ, ਨਾਲੇ ਤੁਹਾਡੀ ਮੇਰੀ ਸਾਂਝ ਹੈ ਹੋਰ ਗੂੜੀ ਹੋ ਜਾਏਗੀ। ਕਹਿੰਦੇ ਵੀ ਠੀਕ ਹੈ, ਪਾਰਸ ਤੂੰ ਲੈ ਲਾ, ਮੈਂ ਤੇ ਦੇਣਾ ਹੀ ਹੈ, ਜੇ ਤੂੰ ਗਰੀਬ ਤੂੰ ਲੈ ਲਾ, ਪਰ ਇਹ ਪਾਰਸ ਦੇਣ ਤੋਂ ਪਹਿਲਾਂ ਇੱਕ ਮੇਰੀ ਸ਼ਰਤ ਹੈ। ਕਹਿੰਦਾ ਜੀ ਹੁਣ ਸ਼ਰਤ ਕਿਹੜੀ? ਕਹਿੰਦਾ ਵੀ ਮੈਂ ਬੱਕਰੀ ਦਾ ਦੁੱਧ ਚੋਵਾਂਗਾ, ਔਰ ਜਿਸ ਭਾਂਡੇ ਵਿੱਚ ਦੁੱਧ ਚੋਵਾਂਗਾ ਉਹ ਦੁੱਧ ਕੁੱਤੇ ਨੂੰ ਪਿਲਾਵਾਂਗਾ, ਤੇ ਕੁੱਤੇ ਦਾ ਜੂਠਾ ਤੈਨੂੰ ਪੀਣਾ ਪਵੇਗਾ, ਤੇ ਪਾਰਸ ਲੈ ਜਾ। ਹੁਣ ਉਹ ਬ੍ਰਾਹਮਣ ਥੋੜਾ ਜਿਹਾ ਕਲਪਿਆ, ਵੀ ਗੁੱਸੇ ਵਿੱਚ ਵੀ ਆਇਆ ਵੀ ਫਕੀਰ ਸਾਹਿਬ ਮੈਂ ਬ੍ਰਾਹਮਣ ਆ, ਮੈਂ ਤਾਂ ਕਦੇ ਕਿਸੇ ਬੰਦੇ ਦਾ ਜੂਠਾ ਨਹੀਂ ਖਾਦਾ, ਤੇ ਕੁੱਤੇ ਦਾ ਜੂਠਾ ਪੀ ਕੇ ਆਪਣਾ ਜਨਮ ਭ੍ਰਿਸ਼ਟ ਥੋੜੀ ਕਰਨਾ ਹੈ, ਮੈਂ ਇਹ ਨਹੀਂ ਕਰ ਸਕਦਾ। ਕਹਿੰਦਾ ਵੀ ਠੀਕ ਨਹੀਂ ਕਰ ਸਕਦਾ, ਜਿਹੜਾ ਗਰੀਬ ਬੰਦਾ ਉਹਨੂੰ ਲੈ ਆ, ਉਹਨੂੰ ਦੇ ਦਿਆਂ, ਉਹ ਇਹ ਆਪਣਾ ਇਸ ਪਾਰਸ ਦੇ ਨਾਲ ਆਪਣੀ ਗਰੀਬੀ ਕੱਟ ਕੇ ਤੇ ਅਮੀਰ ਹੋ ਜਾਏ। ਫਿਰ ਮਨ ਵਿੱਚ ਖਿਆਲ ਆਇਆ ਵੀ ਚਲੋ ਕੋਈ ਗੱਲ ਨਹੀਂ, ਕੁੱਤੇ ਦਾ ਜੂਠਾ ਪੀ ਕੇ ਫਿਰ ਗੰਗਾ ਇਸ਼ਨਾਨ ਕਰ ਲਵਾਂਗੇ, ਫਿਰ ਮੰਤਰਾਂ ਦਾ ਪਾਠ ਹੋ ਜਾਏਗਾ, ਫਿਰ ਆਪਣੇ ਆਪ ਨੂੰ ਪਵਿੱਤਰ ਕਰ ਲਵਾਂਗੇ, ਪਾਰਸ ਤੇ ਲਈਏ। ਕਹਿੰਦਾ ਫਕੀਰ ਸਾਹਿਬ ਮੈਂ ਤਿਆਰ ਹਾਂ। ਕਹਿੰਦੇ ਵੀ ਫਕੀਰ ਨੇ ਦੁੱਧ ਚੋਇਆ, ਕੁੱਤੇ ਨੂੰ ਪਿਲਾਇਆ, ਤੇ ਕੁੱਤੇ ਦਾ ਜੂਠਾ ਉਸ ਬ੍ਰਾਹਮਣ ਦੇ ਹੱਥਾਂ ਤੇ ਭਾਂਡਾ ਰੱਖ ਦਿੱਤਾ, ਬਰਤਨ ਰੱਖ ਦਿੱਤਾ ਵੀ ਪੀ। ਕਹਿੰਦੇ ਜਦੋਂ ਉਹ ਬ੍ਰਾਹਮਣ ਪੀਣ ਲੱਗਾ ਨਾ, ਤੇ ਫਕੀਰ ਨੇ ਹੱਥ ਮਾਰਿਆ ਤੇ ਉਹ ਦੁੱਧ ਡੋਲ ਦਿੱਤਾ। ਦੁੱਧ ਡੋਲਿਆ ਤੇ ਕਹਿੰਦੇ ਵੀ ਉਹ ਬ੍ਰਾਹਮਣ ਫੇਰ ਕਲਪ ਗਿਆ ਵੀ ਮੈਂ ਪਹਿਲੀ ਗੱਲ ਤੇ ਇਹ ਸ਼ਰਤ ਮੰਨਣ ਵਾਸਤੇ ਤਿਆਰ ਹੀ ਨਹੀਂ, ਚਲੋ ਜਿਵੇਂ ਕਿਵੇਂ ਕਰਕੇ ਆਪਣੇ ਮਨ ਨੂੰ ਮਨਾਇਆ ਹੈ, ਤੇ ਤੁਸੀਂ ਫੇਰ ਇਹ ਦੁੱਧ ਡੋਲ ਦਿੱਤਾ। ਤੇ ਉਹ ਫਕੀਰ ਕਹਿਣ ਲੱਗਾ ਵੀ ਭਲਿਆ, ਮੈਂ ਤੇਰੇ ਪ੍ਰਸ਼ਨ ਦਾ, ਤੇਰੇ ਸਵਾਲ ਦਾ ਉੱਤਰ ਮੈਂ ਤੇਰੇ ਤੇ ਢੁਕਾ ਕੇ ਦੇਣਾ ਚਾਹੁੰਦਾ ਸਾਂ, ਛੇਤੀ ਸਮਝ ਪੈ ਜਾਏ। ਉਹ ਬ੍ਰਾਹਮਣ ਕਹਿੰਦਾ ਉਹ ਕਿਵੇਂ? ਕਹਿੰਦੇ ਵੀ ਤੂੰ ਇਹ ਪੁੱਛਿਆ ਸੀ ਵੀ ਦੁਨੀਆ 'ਚ ਪਾਪ ਦਾ ਬਾਪ ਕੌਣ ਹੈ? ਤੇ ਉਹ ਕਹਿੰਦਾ ਵੀ ਦੁਨੀਆ 'ਚ ਪਾਪ ਦਾ ਬਾਪ ਹੈ ਲੋਭ, ਤੇ ਜਿਹਦੇ ਲੋਭ ਵਿੱਚ ਆ ਕੇ ਬੰਦਾ ਕੋਈ ਵੀ ਕੰਮ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ, ਭਾਵੇਂ ਉਹ ਕਿੰਨਾ ਵੀ ਵੱਡਾ ਪਾਪ ਹੋਵੇ, ਜਿਹਦੇ ਕਰਨ ਦੇ ਨਾਲ ਭਾਵੇਂ ਧਰਮ ਹੀ ਭ੍ਰਿਸ਼ਟ ਕਿਉਂ ਨਾ ਹੁੰਦਾ ਹੋਵੇ, ਜੀਵਨ ਹੀ ਭ੍ਰਿਸ਼ਟ ਕਿਉਂ ਨਾ ਹੁੰਦਾ ਹੋਵੇ, ਜਿਹੜਾ ਕਰਨ ਦੇ ਨਾਲ ਦੁਨੀਆ ਅੰਦਰ ਕਿੰਨਾ ਵੀ ਘਾਟਾ ਕਿਉਂ ਨਾ ਪੈਣ ਵਾਲਾ ਹੋਵੇ, ਬੰਦਾ ਲੋਭ ਵਿੱਚ ਆ ਕੇ ਤੇ ਪਾਪ ਵਿੱਚ ਆ ਕੇ ਕੁਝ ਵੀ ਕਰਮ ਜਿਹੜਾ ਉਹ ਕਰਨ ਨੂੰ ਤਿਆਰ, ਲੋਭ ਵਿੱਚ ਆ ਕੇ ਵੱਡੇ ਤੋਂ ਵੱਡਾ ਪਾਪ ਕਰਨ ਨੂੰ ਤਿਆਰ ਹੋ ਜਾਂਦਾ ਹੈ। ਕੋਈ ਵੀ ਹੋਵੇ, ਕਿਸੇ ਤਰ੍ਹਾਂ ਦਾ ਵੀ ਹੋਵੇ, ਲੋਭ ਦਾ ਪਰਦਾ ਹੀ ਐਵੇਂ ਦਾ ਪੈ ਜਾਂਦਾ ਹੈ ਵੀ ਬੰਦਾ ਕਿੰਨਾ ਵੀ ਵੱਡਾ ਪਾਪ ਹੋਵੇ, ਕੋਈ ਵੀ ਕਦਮ ਹੋਵੇ ਔਖੇ ਤੋਂ ਔਖਾ ਕਹਿੰਦਾ ਮੈਂ ਕਰ ਲਵਾਂਗਾ, ਪਰ ਇਹ ਮੇਰੇ ਲੋਭ ਦੀ ਪੂਰਤੀ ਹੋਣੀ ਚਾਹੀਦੀ ਹੈ। ਜਿਹੜਾ ਲੋਭ ਮੇਰੇ ਅੰਦਰ ਉੱਠਿਆ ਹੈ, ਜਿਹੜੀ ਚੀਜ਼ ਦੀ ਮੈਂ ਪ੍ਰਾਪਤੀ ਹੈ, ਮਿਲਣਾ ਚਾਹੀਦਾ ਹੈ। ਸਤਿਗੁਰੂ ਨਾਨਕ ਮਹਾਰਾਜ ਕਹਿੰਦੇ ਵੀ ਪੂੰਜੀ ਪਾਪ ਲੋਭ ਕੀ ਕੀਤ, ਲੋਭ ਹੈ ਤੇ ਪਾਪ ਹੈ, ਇਹਦੀ ਪੂੰਜੀ ਇਹਨੇ ਇਕੱਠੀ ਕੀਤੀ। ਜਿੰਨਾ ਲੋਭ ਵੱਧਦਾ ਜਾਂਦਾ ਹੈ ਉਨਾ ਪਾਪ ਵੱਧਦਾ ਜਾਂਦਾ ਹੈ, ਉਨਾ ਬੰਦਾ ਜਿਹੜਾ ਠੱਗੀਆਂ ਕਰਦਾ ਹੈ, ਉਨਾ ਝੂਠ ਬੋਲਦਾ ਹੈ, ਉਹਨੇ ਪਰਪੰਚ ਕਰਦਾ ਹੈ, ਕਈ ਕੁਝ ਕਰਕੇ ਇਸ ਲੋਭ ਦੀ ਪੂਰਤੀ ਕਰਦਾ ਹੈ। ਫਿਰ ਅੱਗੇ ਮਹਾਰਾਜ ਕਹਿੰਦੇ ਤਰ ਤਾਰੀ ਮਨ ਨਾਮ ਸੋਚੀਤ, ਤਰ ਤਾਰੀ ਤੋਂ ਭਾਵ ਹੈ ਬੇੜੀ ਤੇ ਤੁਲਹਾ। ਕਹਿੰਦੇ ਵੀ ਜਿਹੜਾ ਤੁਲਹਾ, ਜਿਹੜਾ ਚੱਪੂ ਹੁੰਦਾ ਹੈ ਬੇੜੀ ਨੂੰ ਚਲਾਉਣ ਵਾਲਾ, ਸਤਿਗੁਰੂ ਕਹਿੰਦੇ ਵੀ ਉਹ ਤੇਰੇ ਅੰਦਰ ਸ਼ਬਦ ਦਾ ਹੋਵੇ ਨਾ, ਜਾਂ ਤੁਲਹਾ ਜਿਹੜੇ ਕੱਖਾਂ ਦੀ ਡੰਡਿਆਂ ਦੀ ਉਹ ਇੱਕ ਬਣਾ ਕੇ ਚੌਰਸ ਜੀ ਉਹਨੂੰ ਪਾਣੀ ਤੇ ਰੱਖ ਕੇ ਉਹਦੇ ਤੇ ਵੀ ਸਵਾਰ ਹੋ ਕੇ ਕਿਨਾਰੇ ਲੱਗਿਆ ਜਾਂਦਾ ਸੀ। ਸਾਹਿਬ ਕਹਿੰਦੇ ਭਾਵੇਂ ਤੁਲਹਾ ਹੋਵੇ ਭਾਵੇਂ ਬੇੜੀ ਹੋਵੇ, ਜਿਹੜਾ ਮਨ ਹੈ ਇਹਦੇ ਮਨ ਵਿੱਚ ਨਾਮ ਸੋਚੀਤ, ਪਰਮਾਤਮਾ ਦਾ ਜਿਹੜਾ ਨਾਮ ਹੈ, ਉਹਦੇ ਕਰਤੇ ਪੁਰਖ ਵਾਹਿਗੁਰੂ ਦਾ ਨਾਮ ਚਿੱਤ ਉਧਰ ਜੁੜਿਆ ਹੋਵੇ, ਫਿਰ ਕਹਿੰਦੇ ਵੀ ਉਹ ਨਾਮ ਤੇਰੇ ਵਾਸਤੇ ਤੁਲਹਾ, ਤੇਰੇ ਵਾਸਤੇ ਬੇੜੀ ਦਾ ਕੰਮ ਕਰੇਗਾ।
ਜਿਵੇਂ ਤੂੰ ਬੇੜੀ ਤੇ ਸਵਾਰ ਹੋ ਕੇ ਜਾਂ ਤੁਲਹਾਂ ਤੇ ਸਵਾਰ ਹੋ ਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪਹੁੰਚਦਾ ਹੈ, ਇਸੇ ਤਰ੍ਹਾਂ ਨਾਮ ਨੂੰ ਆਪਣੇ ਮਨ ਵਿੱਚ ਵਸਾ ਕੇ ਇਹ ਸੰਸਾਰ ਤੋਂ ਨਿਰੰਕਾਰ ਦੇ ਘਰ ਤੱਕ ਪਹੁੰਚੇਗਾ। ਅੱਗੇ ਰਹਾਉ ਵਿੱਚ ਸਾਹਿਬ ਕਹਿੰਦੇ, ਵਾਹ ਵਾਹ ਸਾਚੇ ਮੈਂ ਤੇਰੀ ਟੇਕ। ਜਦੋਂ ਇਹ ਬੇਨਤੀ ਸਿੱਖ ਗੁਰੂ ਅੱਗੇ ਆ ਕੇ ਹੱਥ ਜੋੜ ਕੇ ਕਰੇਗਾ ਨਾ ਵੀ ਸੱਚੇ ਪਾਤਸ਼ਾਹ ਮੈਂ ਤੇਰੀ ਟੇਕ, ਟੇਕ ਤੋਂ ਕੀ ਭਾਵ ਹੈ? ਆਸਰਾ, ਸਹਾਰਾ, ਸ਼ਰਨ, ਓਟ। ਪਾਤਸ਼ਾਹ ਮੈਂ ਤੇਰੀ ਸ਼ਰਨ ਦੇ ਵਿੱਚ ਆ, ਤੇਰੀ ਹਜ਼ੂਰੀ ਦੇ ਵਿੱਚ ਆ, ਤੇਰੇ ਚਰਨਾਂ ਵਿੱਚ ਆਇਆ। ਜਦੋਂ ਇਹ ਬੰਦਾ ਮੰਨ ਜਾਏ ਨਾ ਵੀ ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਪਹਿਲੀ ਗੱਲ ਅਜੇ ਤੱਕ ਸਾਡਾ ਮਨ ਇਸ ਗੱਲ ਨੂੰ ਸਵੀਕਾਰ ਹੀ ਨਹੀਂ ਕਰਦਾ, ਅਜੇ ਤੱਕ ਸਾਡਾ ਮਨ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਹੀ ਨਹੀਂ। ਅਜੇ ਸਿਰਫ ਟੇਕਾਂ ਦੁਨੀਆ ਦੀਆਂ ਤੱਕੀ ਬੈਠਾ ਹੈ, ਆਸਰਾ ਸੰਸਾਰ ਦਾ ਲਈ ਬੈਠਾ ਹੈ। ਤਾਂ ਹੀ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਵੀ ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੈ ਭਗਵਾਨ। ਕਹਿੰਦੇ ਜਿਹੜੇ ਮਨੁੱਖਤਾ ਦੀ ਟੇਕ ਹੈ, ਸੰਸਾਰ ਦੀ ਟੇਕ ਹੈ, ਬਿਰਥੀ ਟੇਕ ਹੈ। ਇਸ ਟੇਕ ਨੂੰ ਜਾਂ ਇਸ ਆਸਰੇ ਨੂੰ, ਇਸ ਸਹਾਰੇ ਨੂੰ ਤੂੰ ਕਿੰਨਾ ਵੀ ਯਤਨ ਕਰ ਵੀ ਇਹ ਟੇਕ ਲੈ ਕੇ ਆਪਣਾ ਜੀਵਨ, ਕਹਿੰਦੇ ਇਹਦੇ ਨਾਲ ਮਿਲਣਾ ਕੁਝ ਨਹੀਂ, ਪ੍ਰਾਪਤੀ ਕੁਝ ਨਹੀਂ ਹੋਣੀ, ਕਿਉਂਕਿ ਬਿਰਥੀ ਟੇਕ ਹੈ। ਇਸ ਟੇਕ ਨੇ ਕੋਈ ਨਹੀਂ ਤੈਨੂੰ ਸਹਾਰਾ ਦੇਣਾ, ਆਸਰਾ ਦੇਣਾ। ਟੇਕ ਉਸ ਕਰਤੇ ਪੁਰਖ ਵਾਹਿਗੁਰੂ ਦੀ। ਤਾਂ ਹੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਗੁਰੂ ਅੱਗੇ ਆ ਕੇ ਨਾ ਅਰਦਾਸ ਮਨੁੱਖ ਕਰੇ ਵੀ ਰਾਖੋ ਆਪਣੀ ਸ਼ਰਨ ਪ੍ਰਭ, ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣਉ ਨੀਚ ਮੂਰਖਾਰੇ, ਮਾਨ ਕਰੂ ਤੁਧ ਊਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨਾਰੇ। ਇਹ ਟੇਕ ਤੇ ਆ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰਨੀ ਵੀ ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਸਤਿਗੁਰੂ ਤੇਰੀ ਟੇਕ, ਤੇਰੀ ਸ਼ਰਨ ਵਿੱਚ ਆਇਆ। ਜਦੋਂ ਮਨੁੱਖ ਇਸ ਗੱਲ ਨੂੰ ਮੰਨ ਜਾਏ ਨਾ ਵੀ ਟੇਕ ਉਹ ਸੱਚੇ ਦੀ ਸੱਚੀ ਹੈ, ਪਰਮਾਤਮਾ ਦੀ ਸੱਚੀ ਹੈ, ਦੁਨੀਆ ਦੀ ਨਹੀਂ, ਤੇ ਫਿਰ ਜਦੋਂ ਉਹਦੀ ਇੱਕ ਦੀ ਟੇਕ ਇੱਕ ਦੇ ਸ਼ਰਨ ਵਿੱਚ ਆ ਗਿਆ ਤੇ ਫਿਰ ਅਗਲੇ ਬਚਨ ਆਪਣੇ ਆਪ ਕਹਿ ਦੇਗਾ, ਹਉ ਪਾਪੀ ਤੂੰ ਨਿਰਮਲ ਏਕ। ਜਦੋਂ ਤੱਕ ਹਉ ਹੈ ਨਾ ਮੈਂ ਮੇਰੀ ਦੀਆਂ ਗੱਲਾਂ, ਉਦੋਂ ਤੱਕ ਬੰਦਾ ਪਾਪੀ ਹੋਵੇਗਾ, ਪਾਪ ਹੀ ਕਰੇਗਾ, ਪਾਪ ਹੀ ਕਮਾਏਗਾ। ਤੇ ਜਦੋਂ ਤੂੰ ਕਰਨਾ ਸ਼ੁਰੂ ਕਰ ਦਿੱਤਾ, ਉਦੋਂ ਆਪਣੇ ਆਪ ਨਿਰਮਲਤਾਈ ਵਾਲੇ ਪਾਸੇ, ਨਿਰਮਲ ਵਾਲੇ ਪਾਸੇ, ਪਵਿੱਤਰਤਾ ਵਾਲੇ ਪਾਸੇ, ਪਰਮਾਤਮਾ ਵਾਲੇ ਪਾਸੇ ਤੁਰਨਾ ਸ਼ੁਰੂ ਕਰ ਦੇਗਾ। ਭਗਤ ਰਵਿਦਾਸ ਸਾਹਿਬ ਨੇ ਕਿਰਪਾ ਕੀਤੀ ਨਾ, ਮਹਾਰਾਜ ਕਹਿੰਦੇ ਵੀ ਤੁਮ ਚੰਦਨ ਹਮ ਇਰੰਡ ਬਾਪੁਰੇ। ਕਹਿੰਦੇ ਵੀ ਹੇ ਪਰਮਾਤਮਾ ਤੁਸੀਂ ਚੰਦਨ ਹੋ ਤੇ ਅਸੀਂ ਇਰੰਡ ਵਰਗਾ ਜੀਵਨ ਸਾਡਾ। ਹੁਣ ਚੰਦਨ ਦੇ ਬਾਬਤ ਵਿਦਵਾਨ ਜਨ ਲਿਖਦੇ ਹੈ ਵੀ ਉਹਨੂੰ ਧਰਤੀ 'ਚੋਂ ਜਦੋਂ ਉਹਦਾ ਪੂਰਾ ਪੱਕਦਾ ਤੇ ਬੜਾ ਸਮਾਂ ਲੱਗ ਜਾਂਦਾ ਹੈ, ਜਦੋਂ ਤੱਕ ਉਹ ਖੁਸ਼ਬੂ ਵੰਡਣ ਵਾਲਾ ਹੁੰਦਾ ਹੈ ਬਹੁਤ ਸਮਾਂ ਲੱਗਦਾ ਹੈ। ਪਰ ਕਹਿੰਦੇ ਵੀ ਜਿਹੜਾ ਇਰੰਡ ਦਾ ਰੁੱਖ ਹੁੰਦਾ ਹੈ, ਬੂਟਾ ਹੁੰਦਾ ਹੈ, ਬੜੀ ਛੇਤੀ ਉਹ ਵੱਧ ਜਾਂਦਾ, ਬੜੀ ਛੇਤੀ ਉਹ ਪ੍ਰਫੁੱਲਤ ਹੋ ਜਾਂਦਾ ਹੈ। ਤੇ ਹੁੰਦਾ ਵੀ ਬਿਲਕੁਲ ਉਹ ਜਿਵੇਂ ਸਤਿਗੁਰੂ ਦੀ ਬਾਣੀ ਦੇ ਅੰਦਰ ਆਸਾ ਕੀ ਵਾਰ ਵਿੱਚ ਆਪਾਂ ਹਰ ਰੋਜ਼ ਪੜ੍ਹਦੇ ਸੁਣਦੇ ਹਾਂ। ਮਹਾਰਾਜ ਕਹਿੰਦੇ ਵੀ ਭਾਵੇਂ ਕਿੰਨਾ ਵੀ ਵੱਡਾ ਰੁੱਖ ਹੋਵੇ, ਦਰਖਤ ਹੋਵੇ, ਜਿਵੇਂ ਉਹਦੇ ਤੋਂ ਪ੍ਰਾਪਤੀ ਕੁਝ ਨਹੀਂ ਹੁੰਦੀ, ਮਿਲਦਾ ਕੁਝ ਨਹੀਂ। ਸਾਹਿਬ ਕਹਿੰਦੇ ਇਹ ਜਿਹੜਾ ਇਰੰਡ ਦਾ ਬੂਟਾ ਜਾਂ ਰੁੱਖ ਹੈ ਨਾ, ਇਹਦੇ ਵੀ ਬਿਲਕੁਲ ਇਹ ਸੁੱਕਾ ਹੈ, ਇਹਦੇ ਵਿੱਚੋਂ ਨਾ ਕੁਝ ਪ੍ਰਾਪਤੀ, ਨਾ ਕੋਈ ਇਹਦੇ ਫਲ, ਨਾ ਫੁੱਲ, ਪਰ ਕਹਿੰਦੇ ਵੀ ਵੱਧਦਾ ਬੜੀ ਛੇਤੀ ਹੈ। ਜਿਹੜਾ ਕਾਲੀ ਵਾਲਾ ਜੀਵਨ ਹੈ ਨਾ, ਮਹਾਰਾਜ ਕਹਿੰਦੇ ਉਹ ਇਸ ਇਰੰਡ ਦੇ ਵਰਗਾ ਹੈ, ਪਰ ਜਿਹੜਾ ਚੰਦਨ ਦਾ ਜੀਵਨ ਉਹ ਟਿਕਿਆ ਹੋਇਆ ਜੀਵਨ ਹੈ, ਠਹਿਰਿਆ ਹੋਇਆ ਜੀਵਨ ਹੈ। ਸਾਹਿਬ ਕਹਿੰਦੇ ਫਿਰ ਉਹ ਜਿਹੜਾ ਸਹਿਜ ਪੱਕੇ ਸੋ ਮਿੱਠਾ ਹੋਇਆ, ਆਪਾਂ ਪੜ੍ਹਦੇ ਹਾਂ, ਜਿਹਦੇ ਵਿੱਚ ਸਹਿਜ ਆ ਗਿਆ, ਟਿਕਾ ਆ ਗਿਆ, ਫਿਰ ਪਾਤਸ਼ਾਹ ਕਹਿੰਦੇ ਵੀ ਆਪਣੇ ਆਪ ਉਹਦੇ ਜੀਵਨ ਵਿੱਚੋਂ ਖੁਸ਼ਬੂ ਵੀ ਹੋਵੇਗੀ, ਉਹਦੇ ਜੀਵਨ ਦੇ ਅੰਦਰ ਆਨੰਦ ਵੀ ਹੋਵੇਗਾ, ਉਹ ਟਿਕਿਆ ਵੀ ਹੋਵੇਗਾ, ਠਹਿਰਾ ਵੀ ਹੋਵੇਗਾ। ਭਗਤ ਰਵਿਦਾਸ ਸਾਹਿਬ ਕਹਿੰਦੇ ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗ ਤੁਮਾਰੇ ਬਾਸਾ। ਹੇ ਸਤਿਗੁਰੂ, ਹੇ ਪਰਮਾਤਮਾ, ਹਾਂ ਮੈਂ ਇਰੰਡ, ਜੀਵਨ ਮੇਰਾ ਇਰੰਡ ਵਰਗਾ ਹੈ, ਪਰ ਪਾਤਸ਼ਾਹ ਤੇਰਾ ਸੰਗ, ਤੇਰਾ ਚਰਨਾਂ ਦੇ ਵਿੱਚ, ਤੇਰੀ ਹਾਜ਼ੂਰੀ ਦੇ ਵਿੱਚ ਮੈਂ ਆਪਣਾ ਜੀਵਨ ਜਿਹੜਾ ਉਹ ਬਤੀਤ ਬਸਰ ਕਰ ਰਿਹਾ। ਫਿਰ ਜਦੋਂ ਗੁਰੂ ਕੋਲ ਆ ਕੇ ਅਸੀਂ ਆਪਣੇ ਆਪ ਕਵਾਂਗੇ ਵੀ ਹਾਂ ਪਾਪੀ ਤੂੰ ਨਿਰਮਲ ਏਕ, ਹੈ ਪਾਤਸ਼ਾਹ ਮੇਰਾ ਜੀਵਨ ਜਿਹੜਾ ਉਹ ਪਾਪੀ ਵਰਗਾ ਹੈ। ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿੰਦੇ ਵੀ ਪਾਤਸ਼ਾਹ ਦੇ ਅੱਗੇ ਆ ਕੇ ਨਾ ਅਸੀਂ ਬੜੇ ਪਿਆਰ ਨਾਲ ਆ ਕੇ ਬੇਨਤੀ ਕਰਿਆ ਕਰੀਏ ਵੀ ਹਮਰੇ ਅਵਗੁਣ ਬਹੁਤ ਬਹੁਤ ਹੈ,
ਬਹੁ ਬਾਰ ਬਾਰ ਹਰ ਗਣਤ ਨ ਆਵੈ। ਤੂੰ ਗੁਣਵੰਤਾ ਹਰ ਹਰ ਦਿਆਲ, ਹਰ ਆਪੇ ਬਖਸ਼ ਲੈ ਹਰ ਭਾਵੈ। ਹਮ ਅਪਰਾਧੀ ਰਾਖੇ ਗੁਰ ਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੈ। ਸਾਡੇ ਅੰਦਰ ਤੇ ਪਾਪ ਨੇ, ਵਿਕਾਰ ਨੇ, ਗੁਨਾਹ ਨੇ। ਜਾਂ ਬਾਣੀ ਵਿੱਚ ਮਹਾਰਾਜ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਜਿੰਨੇ ਪਾਣੀ ਸਮੁੰਦਰ ਦੇ ਅੰਦਰ ਹੈ, ਕੋਈ ਗਿਣਤੀ ਨਹੀਂ, ਕੋਈ ਮਿਣਤੀ ਨਹੀਂ, ਕੋਈ ਨਾਪ ਨਹੀਂ, ਕੋਈ ਤੋਲ ਨਹੀਂ। ਸਾਹਿਬ ਕਹਿੰਦੇ ਉਹਨੇ ਪਾਪਾਂ ਦਾ ਮੈਂ ਭਰਿਆ ਹੋਇਆ, ਕੋਈ ਗਿਣਤੀ ਮਿਣਤੀ ਨਹੀਂ ਮੇਰੇ ਪਾਪਾਂ ਦੀ। ਫਿਰ ਪਾਤਸ਼ਾਹ ਕਹਿੰਦੇ ਵੀ ਅਰਦਾਸ ਕਰ ਸਤਿਗੁਰੂ ਅੱਗੇ ਆ ਕੇ, ਜਿਵੇਂ ਭਾਈ ਗੁਰਦਾਸ ਸਾਹਿਬ ਨੇ ਇੱਕ ਪੌੜੀ ਵਿੱਚ ਕਿਰਪਾ ਕੀਤੀ। ਤਕਰੀਬਨ 20 ਐਬ ਭਾਈ ਸਾਹਿਬ ਨੇ ਸਾਡੇ ਉਜਾਗਰ ਕੀਤੇ ਤੇ ਬੇਨਤੀ ਕੀਤੀ ਵੀ ਅਕਾਲ ਪੁਰਖ ਅੱਗੇ, ਗੁਰੂ ਅੱਗੇ ਆ ਕੇ ਹੱਥ ਜੋੜ ਕੇ ਬੇਨਤੀ ਕਰਿਆ ਕਰੀਏ। ਬੇਨਤੀ ਕੀ ਕਹਿੰਦੇ, ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ, ਹਉ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ, ਵਿਸਾਸ ਘਾਤੀ, ਅਕਿਰਤ ਕਾਲ ਮੋਹ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਭਾਈ ਸਾਹਿਬ ਕਹਿੰਦੇ ਅਰਦਾਸ ਕਰ ਗੁਰੂ ਅੱਗੇ ਆ ਕੇ, ਪਰਮਾਤਮਾ ਅੱਗੇ ਆ ਕੇ ਆਪਣੇ ਆਪ ਨੂੰ ਮੰਨ ਵੀ ਤੂੰ ਪਾਪੀ ਹੈ। ਆਪਣੇ ਆਪ ਨੂੰ ਮੰਨੀਏ ਵੀ ਅਸੀਂ ਔਗਣਾਂ ਦੇ ਭਰੇ ਆ, ਅਸੀਂ ਗੁਨਾਹਾਂ ਦੇ ਭਰੇ ਆ, ਸਾਡੇ ਅੰਦਰ ਐਬ ਹੀ ਐਬ ਨੇ, ਸਾਡੇ ਅੰਦਰ ਵਿਕਾਰ ਹੀ ਵਿਕਾਰ ਨੇ। ਪਹਿਲਾਂ ਇਸ ਗੱਲ ਨੂੰ ਸਵੀਕਾਰ ਕਰੀਏ। ਗੁਰੂ ਨਾਨਕ ਮਹਾਰਾਜ ਪਾਤਸ਼ਾਹ ਕਹਿੰਦੇ ਹਉ ਪਾਪੀ ਤੂੰ ਨਿਰਮਲ ਏਕ, ਮੇਰਾ ਜੀਵਨ ਜਿਹੜਾ ਉਹ ਪਾਪਾਂ ਦਾ ਭਰਿਆ, ਗੁਨਾਹਾਂ ਦਾ ਭਰਿਆ। ਜਿਵੇਂ ਬਾਬਾ ਫਰੀਦ ਸਾਹਿਬ ਨੇ ਕਿਹਾ ਵੀ ਇਹ ਸੰਸਾਰ ਅੰਦਰ ਗੁਣ ਹੀ ਭਰਿਆ, ਮੈਂ ਫਿਰਾਂ ਗੁਨਾਹਾਂ ਦੇ ਨਾਲ ਭਰਿਆ, ਮੈਂ ਤੁਰਿਆ ਫਿਰਦਾ ਹੈ। ਮੇਰੇ ਅੰਦਰ ਐਬ ਹੀ ਨੇ ਐਬ, ਵਿਕਾਰ ਹੀ ਵਿਕਾਰ ਨੇ। ਅੱਗੇ ਕਿਰਪਾ ਕੀਤੀ, ਅਗਨ ਪਾਣੀ ਬੋਲੇ ਭੜ ਵਾਓ। ਭੜ ਵਾਓ, ਵਾਓ ਤੋਂ ਭਾਵ ਹੈ ਵਾਕ ਬਚਨ। ਸਾਹਿਬ ਕਹਿੰਦੇ ਵੀ ਕਦੇ ਇਹ ਸੰਸਾਰ ਦੇ ਅੰਦਰ ਅਗਨ, ਅਗਨ ਤੋਂ ਭਾਵ ਹੈ ਅੱਗ ਵਰਗੇ ਬਚਨ, ਪਾਣੀ ਤੋਂ ਭਾਵ ਹੈ ਸੀਤਲ ਬਚਨ। ਕਹਿੰਦੇ ਵੀ ਕਦੇ ਇਹਦੇ ਅੰਦਰ ਅੱਗ ਵਰਗਾ ਸੁਭਾਅ ਹੈ, ਕਦੇ ਇਹਦੇ ਅੰਦਰ ਪਾਣੀ ਵਾਲਾ ਸੁਭਾਅ ਹੈ, ਕਦੇ ਬੜੇ ਤੱਤਾ, ਕਦੇ ਠੰਡਾ, ਕਦੀ ਬੋਲ, ਕਦੀ ਕਬੋਲ, ਕਦੀ ਕਿਸੇ ਤਰ੍ਹਾਂ, ਕਦੀ ਕਿਸੇ ਤਰ੍ਹਾਂ। ਸਾਹਿਬ ਕਹਿੰਦੇ ਅਗਨ ਪਾਣੀ ਬੋਲੇ ਭੜ ਵਾਓ। ਇਹ ਜਿਸ ਤਰੀਕੇ ਦੇ ਅੰਦਰੋਂ ਹੁੰਦਾ ਹੈ ਨਾ, ਸਾਹਿਬ ਕਹਿੰਦੇ ਉਸੇ ਤਰ੍ਹਾਂ ਦੇ ਵਾਓ ਵਚਨਾਂ ਨੂੰ ਇਹ ਸਮਾਜ ਅੰਦਰ, ਸੰਸਾਰ ਅੰਦਰ ਬੋਲਦਾ ਹੈ। ਕਦੇ ਇਹਦੇ ਅੰਦਰ ਅਗਨ ਵਰਗਾ ਸੁਭਾਅ, ਕਦੇ ਪਾਣੀ ਵਰਗਾ ਅਗਨ ਪਾਣੀ ਬੋਲੇ ਪੜਵਾਓ। ਜਿਹਵਾ ਇੰਦਰੀ ਏਕ ਸੁਆਓ। ਹੁਣ ਕਹਿੰਦੇ ਵੀ ਜਿਹੜੀ ਜਿਹਵਾ ਹੈ, ਜ਼ੁਬਾਨ ਹੈ, ਸਾਡੀ ਰਸਨਾ ਹੈ, ਕਹਿੰਦੇ ਵੀ ਇਹ ਇੰਦਰੀ ਐਸੀ ਹੈ ਵੀ ਇਹ ਆਪਣੇ ਸਵਾਰਥ ਦੇ ਮਗਰ ਆਪਣੀ ਪੂਰਤੀ। ਭਾਈ ਗੁਰਦਾਸ ਸਾਹਿਬ ਨੇ ਵੀ ਇਸ ਗੱਲ ਨੂੰ ਰੱਖਿਆ ਔਰ ਭਾਈ ਸਾਹਿਬ ਨੇ ਕਿਰਪਾ ਕੀਤੀ। ਉਹਨਾਂ ਨੇ ਦੱਸਿਆ ਕਹਿੰਦੇ ਵੀ ਸਾਡੇ ਭਾਵੇਂ ਅੱਖਾਂ ਨੇ, ਭਾਵੇਂ ਕੰਨ ਨੇ, ਭਾਵੇਂ ਜ਼ੁਬਾਨ ਨੇ, ਸਾਡੇ ਹੱਥ ਪੈਰ ਨੇ, ਸਾਰੇ ਆਪੋ ਆਪਣੇ ਸੁਆਉ ਦੇ ਵਿੱਚ, ਸਵਾਰਥ ਦੀ ਪੂਰਤੀ ਵਿੱਚ ਲੱਗੇ ਹੋਏ ਨੇ। ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਬੜਾ ਕੁਝ ਵੇਖਿਆ ਸੰਸਾਰ ਵਿੱਚ, ਬਹੁਤ ਸੋਹਣੀ ਤੋਂ ਸੋਹਣੀ ਧਰਤੀ, ਬੜਾ ਸੋਹਣੇ ਤੋਂ ਸੋਹਣਾ ਦ੍ਰਿਸ਼ ਵੇਖਿਆ, ਪਰ ਕਹਿੰਦੇ ਵੀ ਅਜੇ ਵੀ ਰੱਜ ਨਹੀਂ, ਅਜੇ ਵੀ ਹੋਰ ਵੇਖਣ ਦੀ ਇੱਛਾ ਹੈ। ਬੜਾ ਰੰਗ ਤਮਾਸ਼ੇ, ਬੜਾ ਸੰਸਾਰ ਵਿੱਚ ਵੇਖਿਆ, ਪਰ ਕਹਿੰਦੇ ਵੀ ਅਜੇ ਵੀ ਰੱਜੀਆਂ ਨਹੀਂ। ਫਿਰ ਕਹਿੰਦੇ ਵੀ ਸਾਦੀ ਜੀਭ ਨਾ ਰੱਜੀਆ। ਕਹਿੰਦੇ ਵੀ ਇਹ ਜਿਹੜੀ ਜ਼ੁਬਾਨ ਹੈ, ਇਹ ਜਿਹੜੀ ਰਸਨਾ ਹੈ, ਬੜਾ ਕਹਿੰਦੇ ਵੀ ਮੈਂ ਆ ਵੀ ਛਕ ਲਿਆ, ਆ ਵੀ ਖਾ ਲਿਆ, ਇਹਦਾ ਵੀ ਸਵਾਦ, ਇਹਦਾ ਵੀ ਸਵਾਦ, ਪਰ ਕਹਿੰਦੇ ਵੀ ਰੱਜ ਅਜੇ ਤੱਕ ਨਹੀਂ। ਕਹਿੰਦੇ ਵੀ ਅਜੇ ਤੱਕ ਇਹਨੇ ਨਹੀਂ ਆਖਿਆ ਵੀ ਮੈਂ ਰੱਜ ਗਈ, ਮੈਂ ਤ੍ਰਿਪਤ ਹੋ ਗਈ, ਵੀ ਹੁਣ ਇਹਨਾਂ ਦਾ ਸਵਾਦ ਨਹੀਂ ਚਖਣਾ। ਸਤਿਗੁਰੂ ਮਹਾਰਾਜ ਕਹਿੰਦੇ ਵੀ ਨਹੀਂ, ਇਹਦਾ ਆਪੋ ਆਪਣਾ ਸੁਆਉ। ਸਾਹਿਬ ਕਹਿੰਦੇ ਜਿਹਵਾ ਇੰਦਰੀ ਏਕ ਸੁਆਉ। ਕਹਿੰਦੇ ਵੀ ਜਿਹੜੀ ਜਿਹਵਾ ਇੰਦਰੀ ਹੈ, ਆਪਣੇ ਸਵਾਰਥ ਪਿੱਛੇ, ਆਪਣੇ ਸੁਆਉ ਪਿੱਛੇ ਹੈ। ਦਿਸ਼ਟ ਵਿਕਾਰੀ ਨਾਹੀ ਭਾਉ ਭਾਉ। ਕਹਿੰਦੇ ਵੀ ਹੁਣ ਜਿਹੜੀ ਸਾਡੀ ਦ੍ਰਿਸ਼ਟ ਹੈ, ਸਾਡੀ ਨਜ਼ਰ ਹੈ, ਸਾਡੀ ਨਿਗਾਹ ਹੈ, ਇਹ ਵਿਕਾਰੀ ਹੈ। ਜਿਹਵਾ ਵੀ ਵਿਕਾਰੀ ਹੈ, ਦ੍ਰਿਸ਼ਟ ਵੀ ਵਿਕਾਰੀ ਹੈ, ਤੇ ਇਹ ਸਭ ਵਿਕਾਰ ਹੋਣ ਦੇ ਬਾਵਜੂਦ ਹੈ ਮਹਾਰਾਜ ਕਹਿੰਦੇ ਨਾਹੀ ਭਾਉ ਭਾਉ। ਇਹਦੇ ਅੰਦਰ ਨਾ ਡਰ ਹੈ, ਨਾ ਪ੍ਰੇਮ ਹੈ। ਕਿਵੇਂ ਹੋਵੇਗਾ? ਚਲੋ ਜ਼ੁਬਾਨ ਦੁਨੀਆ ਦੇ ਰਸਾਂ ਤੋਂ ਪਾਸੇ ਹੋ ਕੇ ਤੇ ਰੱਬ ਦੇ ਨਾਮ ਦਾ ਰਸ ਲਵੇ ਤਾਂ ਵੀ ਕੋਈ ਡਰ ਜਾਂ ਭਾਉ ਅੰਦਰ ਪੈਦਾ ਹੋ ਸਕਦਾ ਹੈ। ਸਾਡੀ ਨਜ਼ਰ ਇਹ ਸੰਸਾਰ ਨੂੰ ਵੇਖਣ ਦੀ ਬਜਾਏ ਸੰਸਾਰ ਵਿੱਚੋਂ ਨਿਰੰਕਾਰ ਵੇਖਣਾ ਸ਼ੁਰੂ ਕਰੇ ਤਾਂ ਵੀ ਹੋ ਸਕਦਾ ਕੋਈ ਨਾ ਕੋਈ ਗੱਲ ਬਣ ਜਾਏ। ਕੰਨ ਉਸਤਤ ਨਿੰਦਾ ਸੁਣਨ ਦੀ ਬਜਾਏ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ, ਗੁਰੂ ਦੀ ਗੱਲ, ਰੱਬ ਦੀ ਗੱਲ ਸੁਣਨ ਤਾਂ ਵੀ ਹੋ ਸਕਦਾ ਕਿਸੇ ਨਾ ਕਿਸੇ ਪਾਸੇ ਬੰਦੇ ਦਾ ਮਨ ਪਰਮਾਤਮਾ ਵਾਲੇ ਪਾਸੇ, ਭਾਉ ਤੇ ਭਾਉ ਵਾਲੇ ਪਾਸੇ ਤੁਰ ਪਏ। ਪਰ ਸਾਹਿਬ ਕਹਿੰਦੇ ਵੀ ਨਾ ਤੇ ਜੀਵਾ
ਅਕਾਲ ਪੁਰਖ ਦਾ ਨਾਮ ਜਪਦੀ ਹੈ, ਨਾ ਅੱਖਾਂ ਉਸ ਨਿਰੰਕਾਰ ਨੂੰ ਵੇਖਦੀਆਂ ਨੇ। ਫਿਰ ਕਹਿੰਦੇ ਵੀ ਇਹਦੇ ਅੰਦਰ ਨਾ ਪਰਮਾਤਮਾ ਪ੍ਰਤੀ ਡਰ ਹੈ, ਨਾ ਰੱਬ ਪ੍ਰਤੀ ਪ੍ਰੇਮ ਹੈ, ਭਾਵ ਹੈ। ਤੇ ਫਿਰ ਸਾਹਿਬ ਕਹਿੰਦੇ ਵੀ ਇਹਦੇ ਅੰਦਰ ਰੱਬ ਵਸੇਗਾ ਕਿਵੇਂ, ਪਰਮਾਤਮਾ ਦੀ ਪ੍ਰਾਪਤੀ ਕਿਵੇਂ ਕਰੇਗਾ। ਦਿਸ਼ਟ ਵਿਕਾਰੀ ਨਾਹੀ ਭਾਉ ਭਾਉ। ਫਿਰ ਸਾਹਿਬ ਕਹਿੰਦੇ ਆਪ ਮਾਰੇ ਤਾਂ ਪਾਏ ਨਾਉ। ਮਹਾਰਾਜ ਕਹਿੰਦੇ ਵੀ ਇਹ ਨਤੀਜਾ ਹੈ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਿਤ ਕਰ ਦੇਣਾ। ਆਪ ਮਾਰੇ, ਆਪਣੇ ਆਪ ਨੂੰ ਮਾਰ ਲੈਣਾ, ਆਪਣੇ ਆਪ ਨੂੰ ਮੋਇਆਂ ਦੇ ਵਿੱਚ। ਸਤਿਗੁਰੂ ਦੀ ਬਾਣੀ ਤੇ ਕਿਰਪਾ ਇਹ ਕਰਦੀ, ਕਹਿੰਦੇ ਵੀ ਜੇ ਤੂੰ ਰੱਬ ਵਾਲੇ ਮਾਰਗ ਤੇ ਤੁਰਨਾ ਹੈ ਨਾ, ਤੇ ਇੱਥੇ ਪਹਿਲਾਂ ਜੀਵਨ ਨਹੀਂ, ਇੱਥੇ ਪਹਿਲਾਂ ਮੌਤ ਸਵੀਕਾਰ ਕਰ, ਫਿਰ ਉਸ ਮੌਤ ਤੋਂ ਬਾਅਦ ਤੇਰਾ ਜੀਵਨ ਹੈ। ਪਹਿਲਾਂ ਮਰਨ ਕਬੂਲ, ਪਹਿਲਾਂ ਮੌਤ ਨੂੰ ਮਰਨ ਨੂੰ ਕਬੂਲ ਕਰ। ਵੀ ਸਾਹਿਬ ਕਹਿੰਦੇ ਜਦੋਂ ਤੱਕ ਆਪ ਮਾਰੇ, ਆਪਣੇ ਆਪ ਨੂੰ ਮਾਰਦਾ ਨਹੀਂ, ਆਪਣੇ ਆਪ ਨੂੰ ਖਤਮ ਨਹੀਂ ਕਰਦਾ, ਭਾਵ ਆਪਣੀ ਹਸਤੀ ਨਹੀਂ ਮਿਟਾ ਦਿੰਦਾ, ਆਪਣੇ ਅਹੰਕਾਰ ਨੂੰ ਨਹੀਂ ਖਤਮ ਕਰ ਦਿੰਦਾ, ਮੈਂ ਮੇਰੀ ਦੀਆਂ ਗੱਲਾਂ ਨਹੀਂ ਖਤਮ ਕਰ ਦਿੰਦਾ ਵੀ ਮੈਂ ਆਹ ਕਰਤਾ, ਮੈਂ ਆਹ ਕਰਤਾ। ਸਾਹਿਬ ਕਹਿੰਦੇ ਉਦੋਂ ਤੱਕ ਪਰਮਾਤਮਾ ਦੇ ਮਾਰਗ ਨੂੰ ਜਾਂ ਨਿਰੰਕਾਰ ਦੇ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦਾ। ਆਪ ਮਾਰੇ ਤਾਂ ਪਾਏ ਨਾਉ। ਜਦੋਂ ਤੱਕ ਆਪਣੇ ਆਪ ਨੂੰ ਮਾਰਦਾ ਨਹੀਂ, ਜਦੋਂ ਤੱਕ ਆਪਣੀ ਹਸਤੀ ਨਹੀਂ ਮਿਟਾਉਂਦਾ, ਸਾਹਿਬ ਕਹਿੰਦੇ ਨਾਮ ਦੀ ਪ੍ਰਾਪਤੀ ਨਹੀਂ ਮਿਲਣੀ ਹੋਣੀ। ਤੇ ਜਦੋਂ ਆਪਣੇ ਆਪ ਨੂੰ ਮਿਟਾ ਲਿਆ, ਫਿਰ ਸਾਹਿਬ ਕਹਿੰਦੇ ਨਾਮ ਵੀ ਪ੍ਰਾਪਤ ਹੋ ਗਿਆ। ਆਪਣੇ ਆਪ ਨੂੰ ਮਿਟਾਉਣਾ ਹੀ ਤੇ ਨਾਮ ਦੀ ਪ੍ਰਾਪਤੀ ਕਰਨੀ ਹੈ ਨਾ। ਆਪਣੀ ਹਸਤੀ ਨੂੰ ਬਿਲਕੁਲ ਖਤਮ ਕਰਨਾ ਹੀ ਨਾਮ ਦੀ ਪ੍ਰਾਪਤੀ ਹੈ ਨਾ। ਸਾਹਿਬ ਕਹਿੰਦੇ ਆਪ ਮਾਰੇ ਤਾਂ ਪਾਏ ਨਾਉ। ਅੱਗੇ ਕਿਰਪਾ ਕੀਤੀ ਸ਼ਬਦ ਮਰੈ ਫਿਰ ਮਰਨ ਨਾ ਹੋਏ। ਜਦੋਂ ਆਪਣੇ ਆਪ ਨੂੰ, ਆਪਣੀ ਹਸਤੀ ਨੂੰ ਖਤਮ ਕਰ ਲਿਆ, ਆਪਣੇ ਅਹੰਕਾਰ ਨੂੰ ਮਿਟਾ ਦਿੱਤਾ, ਤੇ ਸ਼ਬਦ ਦੇ ਰਾਹੀਂ ਆਪਣੇ ਆਪ ਨੂੰ ਮਾਰਿਆ, ਸ਼ਬਦ ਦੇ ਨਾਲ ਆਪਣੇ ਆਪ ਨੂੰ ਖਤਮ ਕੀਤਾ, ਤਾਂ ਸਾਹਿਬ ਕਹਿੰਦੇ ਫਿਰ ਮਰਨ ਨਾ ਹੋਏ। ਫਿਰ ਕਹਿੰਦੇ ਮੌਤ ਹੀ ਨਹੀਂ, ਆਤਮਿਕ ਮੌਤ ਨਹੀਂ। ਸਰੀਰ ਕਰਕੇ ਤੇ ਸਤਿਗੁਰੂ ਦੀ ਬਾਣੀ ਆਖਦੀ ਵੀ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆ ਜੀਵਨਾ ਭੀ ਤਨ ਹੋਸੀ ਖੇ। ਕਦੇ ਨਾ ਕਦੇ ਤੇ ਇਸ ਸੰਸਾਰ ਦੇ ਵਿੱਚੋਂ ਤਨ ਨੇ ਖੇ ਹੋ ਜਾਣਾ ਹੈ, ਸਰੀਰ ਨੇ ਮਿੱਟੀ ਹੋ ਜਾਣਾ, ਸਰੀਰ ਮਰ ਜਾਏਗਾ। ਪਰ ਅਧਿਆਤਮਿਕੀ ਤੌਰ ਤੇ ਇਹਨੂੰ ਵਾਰ-ਵਾਰ ਮਰਨਾ ਨਹੀਂ ਪਵੇਗਾ, ਵਾਰ-ਵਾਰ ਇਹ ਗਰਭ ਦੀ ਅਗਨ ਇਹਨੂੰ ਝੱਲਣੀ ਨਹੀਂ ਪਵੇਗੀ। ਸਾਹਿਬ ਕਹਿੰਦੇ ਸ਼ਬਦ ਮਰੈ ਫਿਰ ਮਰਨ ਨਾ ਹੋਏ। ਸ਼ਬਦ ਦੇ ਰਾਹੀਂ ਜਦੋਂ ਆਪਣੇ ਆਪ ਨੂੰ ਮਾਰ ਲਿਆ ਨਾ, ਖਤਮ ਕਰ ਲਿਆ, ਫਿਰ ਮੌਤ ਨਹੀਂ ਹੋਣੀ। ਫਿਰ ਆਤਮਿਕ ਤੌਰ ਤੇ, ਅਧਿਆਤਮਿਕ ਤੌਰ ਤੇ ਮਰਦਾ ਨਹੀਂ। ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਬਦ ਪੜ੍ਹਦੇ ਹੋ, ਮਹਾਰਾਜ ਕਹਿੰਦੇ ਵੀ ਜਿਹਨੇ ਇੱਕ ਵਾਰ ਸ਼ਬਦ ਰਾਹੀਂ ਆਪਣੇ ਆਪ ਨੂੰ ਮਾਰ ਲਿਆ ਨਾ, ਫਿਰ ਉਹ ਸਦਾ ਵਾਸਤੇ ਹੀ ਜਿਉਂਦਿਆਂ ਦੀ ਗਿਣਤੀ ਵਿੱਚ ਆ ਜਾਂਦਾ, ਸਦਾ ਹੀ ਉਹ ਜਿਉਂਦਿਆਂ ਦੇ ਵਿੱਚ ਆ ਜਾਂਦਾ, ਫਿਰ ਉਹ ਮਰਿਆਂ ਦੇ ਵਿੱਚ ਨਹੀਂ ਆਉਂਦਾ। ਸ਼ਬਦ ਮਰੈ ਫਿਰ ਮਰਨ ਨਾ ਹੋਏ, ਬਿਨ ਮੂਏ ਕਿਉਂ ਪੂਰਾ ਹੋਏ। ਮਹਾਰਾਜ ਕਹਿੰਦੇ ਵੀ ਬਿਨਾ ਮਰਨ ਤੋਂ ਪੂਰਾ ਹੋ ਹੀ ਨਹੀਂ ਸਕਦਾ। ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹੌਲ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਤੇ ਪਹਿਲਾਂ ਉਹਨਾਂ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਖਤਮ ਕੀਤਾ ਨਾ, ਉਹਨਾਂ ਦੀ ਹਸਤੀ ਖਤਮ ਕੀਤੀ ਹੈ। ਫਿਰ ਉਹਨਾਂ ਨੂੰ ਜੀਵਨ ਦਿੱਤਾ, ਤੇ ਉਹ ਜੀਵਨ ਅੱਜ ਤੱਕ ਹੈ ਔਰ ਰਹਿੰਦੀਆਂ ਸਦੀਆਂ ਤੱਕ, ਜਦੋਂ ਤੱਕ ਇਹ ਸੰਸਾਰ ਜਗਤ, ਉਦੋਂ ਤੱਕ ਇਹ ਜੀਵਨ ਇਸੇ ਤਰ੍ਹਾਂ ਹੀ ਰਹੇਗਾ। ਸਾਹਿਬ ਕਹਿੰਦੇ ਜਦੋਂ ਸ਼ਬਦ ਰਾਹੀਂ ਆਪਣੇ ਆਪ ਨੂੰ ਮਾਰ ਲਿਆ, ਤੇ ਬਿਨ ਮੂਏ ਕਿਉਂ ਪੂਰਾ ਹੋਏ। ਬਿਨਾ ਮਰਨ ਤੋਂ ਸਾਹਿਬ ਕਹਿੰਦੇ ਪੂਰਾ ਕਿਵੇਂ ਹੋਏਗਾ। ਬਾਬੇ ਲਹਿਣੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਾਹਮਣੇ ਉਹਨਾਂ ਦੇ ਚਰਨਾਂ 'ਚ ਆਪਣੀ ਹਸਤੀ ਨੂੰ ਮਿਟਾਇਆ, ਆਪਣੇ ਆਪ ਨੂੰ ਸਮਰਪਿਤ ਕੀਤਾ ਹੈ। ਉਹਨਾਂ ਦੇ ਸ਼ਬਦ ਰਾਹੀਂ ਆਪਣਾ ਜਿਹੜਾ ਜੀਵਨ ਹੈ, ਤੇ ਉਹ ਜੀਵਨ ਸਦੀਵੀ ਜੀਵਨ ਹੈ। ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ, ਗੁਰੂ ਅੰਗਦ ਸਾਹਿਬ ਪਾਤਸ਼ਾਹ, ਭਾਈ ਜੇਠੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ, ਜਦੋਂ ਇਹ ਜੀਵਨ ਸਤਿਗੁਰੂ ਨੂੰ ਸਮਰਪਿਤ ਕਰ ਦਿੱਤਾ, ਫਿਰ ਇਹ ਜੀਵਨ ਸਦੀਵੀ ਕਾਲ ਦਾ ਜੀਵਨ ਹੈ, ਸਦਾ ਵਾਸਤੇ ਜੀਵਨ ਹੈ। ਪਾਤਸ਼ਾਹ ਕਹਿੰਦੇ ਉਹ ਪੂਰਾ ਜੀਵਨ ਹੈ, ਉਹਦੇ 'ਚ ਅਧੂਰਾ ਕੁਝ ਨਹੀਂ ਹੋਏਗਾ। ਪਰਪੰਚ ਵਿਆਪ ਰਿਹਾ ਮਨ ਦੋਏ। ਪਾਤਸ਼ਾਹ ਕਹਿੰਦੇ ਇਹ ਮਨ ਦਾ ਸੁਭਾਵ ਹੈ, ਇਹ ਦ્વੈਤ ਦੇ ਵਿੱਚ ਹੈ, ਇਹ ਪਰਪੰਚ ਦੇ ਵਿੱਚ ਹੈ, ਵਲਵਲੇ ਦੇ ਵਿੱਚ ਹੈ, ਝੂਠ ਵਿਕਾਰਾਂ ਦੇ ਵਿੱਚ ਹੈ। ਤੇ ਜਦੋਂ ਤੱਕ ਇਹ ਦੋਏ ਪਾਸੇ ਹੈ, ਜਦੋਂ ਤੱਕ ਦੋਵੇਂ ਪਾਸੇ ਲੱਗਾ, ਸਾਹਿਬ ਕਹਿੰਦੇ ਉਦੋਂ ਤੱਕ ਇਹ ਅਧਿਆਤਮਿਕੀ ਮਾਰਗ ਤੇ ਤੁਰ ਨਹੀਂ ਸਕਦਾ। ਪਰਪੰਚ ਵਿਆਪ ਰਿਹਾ ਮਨ ਦੋਏ। ਮਨ ਜਿਹੜਾ ਉਹ ਦੋ ਪਾਸੇ ਹੈ, ਇੱਕ ਪਾਸਾ ਕਰਦਾ ਹੈ ਵੀ ਆ ਅਰਦਾਸ ਕਰ ਦਿੱਤੀ ਔਰ ਸਤਿਗੁਰੂ ਆਪੇ, ਦੂਜਾ ਪਾਸਾ ਹੈ ਵੀ ਪਤਾ ਨਹੀਂ ਹੋਵੇ ਕਿ ਨਾ ਹੋਵੇ। ਇੱਕ ਪਾਸਾ ਹੈ ਵੀ ਆਪਣਾ ਆਪ ਗੁਰੂ ਅੱਗੇ ਰੱਖ ਦੇਵਾਂ, ਦੂਜਾ ਪਾਸਾ ਫੇਰ ਦੂਜੇ ਦਾ ਹੈ। ਵਾਰ-ਵਾਰ ਸੋਚਦਾ ਹੈ, ਕਈ ਸਲਾਵਾ ਬਣਾਉਂਦਾ ਹੈ, ਕਈ ਢਾਹ ਦਿੰਦਾ ਹੈ। ਸਾਹਿਬ ਕਹਿੰਦੇ ਵੀ ਇਹਦੇ ਜੀਵਨ ਦੇ ਅੰਦਰ ਦ્વੈਤ ਹੈ,
ਇਹਦੇ ਜੀਵਨ ਵਿੱਚ ਦ્વੈਤ ਵਾਲਾ ਪਾਸਾ ਹੈ ਨਾ, ਜਿਹੜਾ ਦੋਹੀਂ ਪਾਸੀ ਵਾਲਾ, ਉਹਦੇ ਨਾਲ ਪ੍ਰਾਪਤੀ ਕੁਝ ਨਹੀਂ ਹੋਣੀ। ਥਿਰ ਨਾਰਾਇਣ ਕਰੇ ਸੋ ਹੋਏ। ਪਾਤਸ਼ਾਹ ਕਹਿੰਦੇ ਜਿਹੜਾ ਨਾਰਾਇਣ ਹੈ, ਕਰਤਾ ਪੁਰਖ ਵਾਹਿਗੁਰੂ ਅਕਾਲ ਪੁਰਖ ਹੈ, ਜਿਨ੍ਹਾਂ ਨੂੰ ਉਹ ਥਿਰ ਕਰਦਾ ਹੈ, ਜਿਨ੍ਹਾਂ ਤੇ ਰਹਿਮਤ ਕਰਦਾ ਹੈ, ਸਭ ਕਹਿੰਦੇ ਕਰੇ ਸੋ ਹੋਏ। ਜਿਨ੍ਹਾਂ ਨੂੰ ਆਪ ਉਹ ਥਿਰ ਕਰਦਾ ਹੈ, ਜਿਨ੍ਹਾਂ ਨੂੰ ਆਪ ਟਿਕਾ ਦੇਦਾ ਹੈ, ਸਭ ਕਹਿੰਦੇ ਉਹ ਆਪਣੇ ਜੀਵਨ ਦੇ ਅੰਦਰ ਟਿਕ ਜਾਂਦੇ ਨੇ। ਉਹਨਾਂ ਦਾ ਜੀਵਨ ਬੜਾ ਸੋਹਣਾ ਤੇ ਬੜਾ ਸੁਚੱਜਾ ਬਣ ਜਾਂਦਾ ਹੈ। ਅੱਗੇ ਕਿਰਪਾ ਕੀਤੀ, ਬੋਹਿਥ ਚੜੂ ਜਾਂ ਆਵੈ ਵਾਰ। ਕਹਿੰਦੇ ਵਾਰ ਤੋਂ ਭਾਵ ਹੈ ਵਾਰੀ। ਕਹਿੰਦੇ ਵੀ ਇਹ ਜਿਹੜਾ ਨਾਮ ਰੂਪੀ ਬੋਹਿਥ ਹੈ ਨਾ, ਜਹਾਜ਼ ਹੈ, ਇਹਦੇ ਤੇ ਤਾਂ ਹੀ ਚੜਿਆ ਜਾ ਸਕਦਾ ਜਦੋਂ ਮੇਰੀ ਵਾਰੀ ਆਵੇ। ਭਾਵ ਜਦੋਂ ਮੈਨੂੰ ਸਤਿਗੁਰੂ ਤਰਸ ਦੀ ਨਜ਼ਰ ਨਾਲ, ਜਦੋਂ ਗੁਰੂ ਦੀ ਕਿਰਪਾ ਹੋ ਜਾਏ। ਆਪਣੀ ਮਰਜ਼ੀ ਨਾਲ ਨਹੀਂ, ਕਿੰਨਾ ਸਿੱਧਾਂ ਨੇ ਤਪੱਸਿਆ ਕੀਤੀ, ਕਿੰਨੇ ਵੱਡੇ ਵੱਡੇ ਹੋਰ ਰਿਸ਼ੀ ਸਨ, ਕਿੰਨੇ ਵੱਡੇ ਵੱਡੇ ਤਪੀਸ਼ਰ ਸਨ, ਜਿਨ੍ਹਾਂ ਨੇ ਬੜੀ ਇੱਕ ਤੋਂ ਇੱਕ ਸਾਧਨਾ ਨੂੰ ਸਾਧਿਆ। ਪਰ ਜਦੋਂ ਤੱਕ ਵਾਰੀ ਨਹੀਂ, ਵਾਰੀ ਤੋਂ ਬਗੈਰ ਇਸ ਨਾਮ ਰੂਪੀ ਜਹਾਜ਼ ਤੇ ਸਵਾਰ ਨਹੀਂ ਹੋਇਆ ਜਾਣਾ, ਚੜਿਆ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਕਹਿੰਦੇ ਬੋਹਿਥ ਚੜੂ ਜਾਂ ਆਵੈ ਵਾਰ। ਜਦੋਂ ਮੇਰੀ ਵਾਰੀ ਆਈ ਉਦੋਂ ਇਸ ਜਹਾਜ਼ ਤੇ ਚੜਿਆ ਜਾਣਾ, ਆਪਣੀ ਮਰਜ਼ੀ ਦੇ ਨਾਲ ਨਹੀਂ, ਆਪਣੇ ਕਿਸੇ ਹੋਰ ਤਰੀਕੇ ਦੇ ਨਾਲ ਨਹੀਂ, ਕੋਈ ਹੋਰ ਉਪਾਅ ਕਰਕੇ ਨਹੀਂ, ਕੋਈ ਹੋਰ ਯਤਨ ਕਰਕੇ ਨਹੀਂ ਚੜਿਆ ਜਾਣਾ। ਜਦੋਂ ਵਾਰੀ ਆਈ ਉਦੋਂ ਹੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਨਾਮ ਰੂਪੀ ਜਹਾਜ਼ ਤੇ ਸਵਾਰ ਹੋਇਆ ਜਾਣਾ। ਠਾਕੇ ਬੋਹਿਥ ਦਰਗਾਹ ਮਾਰ। ਫਿਰ ਪਾਤਸ਼ਾਹ ਕਹਿੰਦੇ ਵੀ ਜਿਹੜੇ ਬੋਹਿਥ ਹੈ, ਜਹਾਜ਼ ਹੈ, ਜਿਸ ਜਹਾਜ਼ ਤੇ ਸਵਾਰ ਹੋਣਾ ਹੈ, ਜਿਸ ਜਹਾਜ਼ ਤੇ ਸਵਾਰੀ ਕਰਨੀ, ਜਿਹੜਾ ਨਾਮ ਰੂਪੀ ਜਹਾਜ਼ ਹੈ, ਜਿਹਦੇ ਤੇ ਚੜ੍ਹ ਕੇ ਉਸ ਪਰਮਾਤਮਾ ਦੇ ਦੁਆਰ ਤੱਕ, ਗੁਰੂ ਦੇ ਘਰ ਤੱਕ ਪਹੁੰਚਿਆ ਜਾਣਾ ਹੈ। ਪਰ ਮਹਾਰਾਜ ਕਹਿੰਦੇ ਵੀ ਇਸ ਜਹਾਜ਼ ਦੀ ਸਵਾਰੀ ਕਰਕੇ ਨਾ ਦਰਗਾਹ ਦੇ ਵਿੱਚ ਮਾਰ ਨਹੀਂ, ਪਰਮਾਤਮਾ ਦੇ ਘਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਦੰਡ ਨਹੀਂ ਮਿਲਣਾ, ਕੋਈ ਸਜ਼ਾ ਨਹੀਂ ਮਿਲਣੀ। ਕਿਉਂਕਿ ਸਜ਼ਾ ਉੱਥੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੀ ਵੀ ਜਦੋਂ ਗੁਰੂ ਦੀ ਨਜ਼ਰ ਹੁੰਦੀ ਹੈ ਨਾ, ਫਿਰ ਕਹਿੰਦੇ ਵੀ ਇਹ ਜਿਹੜਾ ਸਾਡੇ ਕਰਮ ਵਾਲਾ ਲੇਖ ਹੈ, ਇਹ ਪਾੜ ਦਿੱਤਾ ਜਾਂਦਾ ਹੈ। ਇਹ ਗੁਰਮੁਖਤਾਈ ਗੁਰਸਿੱਖ ਪਿਆਰੇ ਪਰਮਾਤਮਾ ਦੇ ਘਰ ਵਿੱਚ, ਸਦੀਵੀ ਘਰ ਵਿੱਚ ਜਿਹੜੇ ਉਹ ਟਿਕ ਜਾਂਦੇ ਨੇ, ਆਤਮਿਕ ਤੌਰ ਤੇ ਉਹਨਾਂ ਦਾ ਜੀਵਨ ਟਿਕ ਜਾਂਦਾ ਹੈ। ਸੱਚ ਸਲਾਹੀ ਧੰਨ ਗੁਰਦੁਆਰ। ਕਹਿੰਦੇ ਵੀ ਇਹ ਸੱਚ ਨੂੰ ਸਲਾਉਣਾ ਕਿੱਥੇ ਹੈ? ਗੁਰਦੁਆਰ, ਗੁਰੂ ਦੇ ਦੁਆਰੇ ਤੇ। ਗੁਰੂ ਦਾ ਦੁਆਰਾ ਭਾਵ ਜਿਵੇਂ ਆਪਾਂ ਸਤਿਗੁਰੂ ਦੇ ਦਰਬਾਰ ਤੇ ਬੈਠੇ ਆ, ਇਹ ਤੇ ਹਾਜ਼ਰੀ ਭਰਨੀ ਹੈ। ਪਰ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਤੂੰ ਕਿਤੇ ਵੀ ਸਮਾਜ ਵਿੱਚ ਹੋਵੇ ਨਾ, ਕਿਤੇ ਵੀ ਹੋਵੇ, ਦੁਨੀਆ 'ਚ ਕਿਤੇ ਵਿਚਰਦਾ ਹੋਵੇ, ਤੇਰਾ ਮਨ ਗੁਰੂ ਦੀ ਹਜ਼ੂਰੀ ਵਿੱਚ ਹੋਵੇ, ਤੇਰੀ ਸੁਰਤ ਗੁਰੂ ਦੀ ਹਜ਼ੂਰੀ ਵਿੱਚ ਹੋਵੇ, ਇਹ ਗੁਰਦੁਆਰ ਤੋਂ ਹੀ, ਗੁਰੂ ਦੇ ਦੁਆਰੇ ਤੋਂ ਹੀ ਮੱਤ ਪ੍ਰਾਪਤ ਹੋਣੀ ਹੈ। ਇੱਥੇ ਕੋਲ ਜਾਂ ਦੂਰ ਦੀ ਗੱਲ ਨਹੀਂ। ਸਾਹਿਬ ਕਹਿੰਦੇ ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ। ਇੱਥੇ ਗੁਰੂ ਦੀ ਸਭਾ ਨੇੜੇ ਜਾਂ ਦੂਰ ਦੀ ਗੱਲ ਨਹੀਂ। ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਦੂਰ। ਕਹਿੰਦੇ ਵੀ ਇਹ ਨਾਨਕ ਸਤਿਗੁਰੂ ਤਾਂ ਮਿਲੂਗਾ ਜਦੋਂ ਮਨ ਗੁਰੂ ਦੀ ਹਜ਼ੂਰੀ ਵਿੱਚ ਹੋਵੇਗਾ। ਜਦੋਂ ਮਨ ਕਰਕੇ ਅਸੀਂ ਸਤਿਗੁਰੂ ਦੀ ਹਜ਼ੂਰੀ ਵਿੱਚ ਹੋਵਾਂਗੇ। ਕਹਿੰਦੇ ਸੱਚ ਸਲਾਹੀ ਧੰਨ ਗੁਰਦੁਆਰ, ਨਾਨਕ ਦਰ ਘਰ ਏਕ ਓੰਕਾਰ। ਕਹਿੰਦੇ ਵੀ ਇਹ ਨਾਨਕ ਉਸ ਪਰਮਾਤਮਾ ਦੇ ਦਰ ਤੇ, ਉਸ ਪਰਮਾਤਮਾ ਦੇ ਘਰ ਤੇ ਕੇਵਲ ਇੱਕ ਓੰਕਾਰ, ਇੱਕ ਪਰਮਾਤਮਾ, ਇੱਕ ਨਿਰੰਕਾਰ ਦੀ ਇਬਾਦਤ ਹੈ। ਕਿਉਂਕਿ ਆਪਾਂ ਸਤ ਸੰਗਤ ਵਿੱਚ ਬੈਠੇ ਹਾਂ ਤੇ ਬਾਣੀ ਨੇ ਇਹ ਸ਼ਬਦ ਕਹਿ ਵੀ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਇੱਕ ਨਾਮ ਦਾ ਵਖਿਆਣ ਹੈ, ਜਿੱਥੇ ਇੱਕ ਨਾਮ ਨੂੰ ਧਿਆਇਆ ਜਾਂਦਾ, ਜਪਿਆ ਜਾਂਦਾ। ਨਾਨਕ ਦਰ ਘਰ ਏਕ ਓੰਕਾਰ। ਕਹਿੰਦੇ ਵੀ ਹੇ ਨਾਨਕ ਉਸ ਪਰਮਾਤਮਾ ਦੇ ਦਰ ਤੇ, ਉਸ ਪਰਮਾਤਮਾ ਦੇ ਘਰ ਤੇ ਇੱਕ ਨਿਰੰਕਾਰ ਦੀ, ਇੱਕ ਵਾਹਿਗੁਰੂ ਦੀ ਉਸਤਤ ਹੈ। ਉਸ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ। ਸ਼ਬਦ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ ਜੀ। ਬਖਸ਼ ਦੇਣਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ। ਸਤਿ